ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੀਆਂ ਮਾਣਮੱਤੀਆਂ ਸੰਸਥਾਵਾਂ ਨੇ, ਪਰ ਇਸ ਦੇ ਪ੍ਰਬੰਧ ਨੂੰ ਲੈ ਕੇ ਜਾਂ ਇਸ ਵਿੱਚ ਚੋਣ ਪ੍ਰਕਿਰਿਆ ਜਾਂ ਪ੍ਰਬੰਧ ਚਲਾਉਣ ਨੂੰ ਲੈ ਕੇ ਵਿਵਾਦ ਹਮੇਸ਼ਾ ਖੜੇ ਹੁੰਦੇ ਰਹਿੰਦੇ ਨੇ। ਬੇਸ਼ੱਕ ਉਹ ਸੁੱਚਾ ਸਿੰਘ ਲੰਗਾਹ ਦੀ ਗੱਲ ਹੋਵੇ ਜੋ ਕਿ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਸਨ ਤੇ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਵੀ ਅਹਿਮ ਅਹੁਦਾ ਰੱਖਦੇ ਸਨ, ਤਾਂ ਉਹਨਾਂ ਦੀ ਇੱਕ ਅਸ਼ਲੀਲ ਵੀਡੀਓ ਸਾਹਮਣੇ ਆਉਂਦੀ ਹੈ ਜਿਹਦੇ ਬਾਅਦ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਚੀਫ ਖਾਲਸਾ ਦੀਵਾਨ ਜੋ ਕਿ ਐਜੂਕੇਸ਼ਨ ਦੇ ਖੇਤਰ ਵਿੱਚ ਤੇ ਸਿੱਖੀ ਦੇ ਪ੍ਰਸਾਰ ਪ੍ਰਚਾਰ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਇੱਕ ਮਾਨਮੱਤੀ ਸੰਸਥਾ ਹੈ, ਤੇ ਉਸ ਦੇ ਪ੍ਰਧਾਨ ਚਰਨਜੀਤ ਸਿੰਘ ਚੱਡਾ ਦੀ ਵੀ ਇੱਕ ਐਸੀ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਜਿਹਦੇ ਬਾਅਦ ਵਿਵਾਦ ਖੜਾ ਹੁੰਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਂਦੀ ਹੈ। ਬੇਸ਼ੱਕ ਚਰਨਜੀਤ ਸਿੰਘ ਚੱਡਾ ਨੂੰ ਮਾਫੀਨਾਮਾ ਮਿਲ ਗਿਆ, ਪਰ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਵੀ ਨੋਮੀਨੇਸ਼ਨ ਜਿਹੜੀ ਹੋਣ ਲੱਗੀ ਹੈ, ਕਿਉਂਕਿ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਮੈਂਬਰ ਜਿਹੜੇ ਨੇ ਉਹ ਨੋਮੀਨੇਟ ਕੀਤੇ ਜਾਂਦੇ ਨੇ, ਜਿਸ 'ਚ ਇੱਕ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਂਦਾ ਹੈ, 4 ਮੈਂਬਰ ਤਖਤ ਸਾਹਿਬਾਨ ਵੱਲੋਂ ਕੀਤੇ ਜਾਂਦੇ ਨੇ ਅਤੇ 2 ਮੈਂਬਰ ਜਿਹੜੇ ਉਹ ਦਿੱਲੀ ਕਮੇਟੀ ਆਪਣੇ ਤੌਰ ਤੇ ਕਰਦੀ ਹੈ ਤੇ ਨਾਲੋਂ ਨਾਲ 2 ਦਿੱਲੀ ਦੀਆਂ ਸਿੰਘ ਸਭਾਵਾਂ ਵੱਲੋਂ ਮੈਂਬਰ ਜਿਹੜੇ ਉਹ ਨੋਮੀਨੇਟ ਕੀਤੇ ਜਾਂਦੇ ਨੇ। ਤਾਂ ਹੁਣ ਜਿਹੜੇ ਮੈਂਬਰ ਨੋਮੀਨੇਟ ਕੀਤੇ ਜਾ ਰਹੇ ਨੇ ਦਿੱਲੀ ਕਮੇਟੀ ਵੱਲੋਂ, ਉਹਨਾਂ ਨੂੰ ਲੈ ਕੇ ਵਿਵਾਦ ਜਿਹੜਾ ਖੜਾ ਹੋਇਆ ਗਾ, ਕੀ ਹੈ ਪੂਰਾ ਮਸਲਾ? ਸਾਡੇ ਨਾਲ ਬੀਬੀ ਨਿਰਪ੍ਰੀਤ ਕੌਰ ਨੇ ਜੋ ਕਿ 1984 ਸਿੱਖ ਕਤਲੇਆਮ ਦੇ ਪੀੜਤ ਵੀ ਨੇ ਤੇ ਇਨਸਾਫ ਦੀ ਲੜਾਈ ਇਹਨਾਂ ਵੱਲੋਂ ਲੜੀ ਗਈ, ਜਿਸ ਸਦਕਾ ਕਤਲੇਆਮ ਦਾ ਦੋਸ਼ੀ ਸੱਜਣ ਕੁਮਾਰ ਅੱਜ ਸਲਾਖਾਂ ਪਿੱਛੇ ਹੈ ਅਤੇ ਅੱਗੇ ਵੀ ਇਹਨਾਂ ਨੇ ਆਪਣੀ ਲੜਾਈ ਲਗਾਤਾਰ ਜਾਰੀ ਰੱਖੀ ਹੋਈ ਹੈ। ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਮਸਲੇ ਬਾਰੇ। ਬੀਬੀ ਜੀ ਸਵਾਗਤ ਹੈ ਜੀ, ਬਹੁਤ ਬਹੁਤ। ਸਤਿ ਸ਼੍ਰੀ ਅਕਾਲ। ਬੀਬੀ ਜੀ, ਨੋਮੀਨੇਸ਼ਨ ਨੂੰ ਲੈ ਕੇ ਪੂਰਾ ਮਸਲਾ ਹੈ ਕੀ ਹੈ? ਵਿਵਾਦ ਜਿਹੜਾ ਖੜਾ ਹੋਇਆਗਾ ਉਹ ਹੈ ਕੀ ਹੈ ਵਿਵਾਦ? ਦਿੱਲੀ ਕਮੇਟੀ ਦੇ 2 ਇਸ਼ੂ ਨੇ ਇਲੈਕਸ਼ਨਸ ਦੇ ਵਿੱਚ ਆਏ ਨੇ। ਇੱਕ ਤਾਂ ਇਸ਼ੂ ਉਹ ਹੈ ਕਿ ਜਿਹਦੇ ਵਿੱਚ 2 ਮੈਂਬਰ ਐਸੇ ਨੇ ਜਿਨ੍ਹਾਂ ਨੂੰ ਨਾ ਪੰਜਾਬੀ ਪੜ੍ਹਨੀ ਆਉਂਦੀ ਹੈ ਨਾ ਲਿਖਣੀ ਆਉਂਦੀ ਹੈ, ਔਰ ਉਹ ਟੈਸਟ ਵੀ ਕਲੀਅਰ ਨਹੀਂ ਕਰ ਪਾਏ ਸੀ। ਹਰਵਿੰਦਰ ਸਿੰਘ ਕੇਪੀ ਜਿਹੜੇ ਸ਼ਕਤੀ ਨਗਰ ਤੋਂ ਨੇ, ਅੱਜ ਜਸਬੀਰ ਸਿੰਘ ਜੱਸੀ ਜੋ ਸਿਵਲ ਲਾਈਨ ਤੋਂ ਨੇ। ਉਹਨਾਂ ਦੋਨਾਂ ਸ਼ਖਸ ਨੂੰ ਪੰਜਾਬੀ ਨਾ ਪੜ੍ਹਨੀ ਆਉਂਦੀ ਹੈ ਨਾ ਲਿਖਣੀ ਆਉਂਦੀ ਹੈ, ਜਦ ਕਿ ਦਿੱਲੀ ਕਮੇਟੀ ਦੇ ਜਦੋਂ ਇਲੈਕਸ਼ਨਸ ਹੈ ਉਹਦਾ ਇੱਕ ਐਕਟ ਦੇ ਵਿੱਚ ਹੈਗਾ ਕਿ ਬਈ ਅੰਮ੍ਰਿਤਧਾਰੀ ਹੋਣਾ ਚਾਹੀਦਾ ਔਰ ਦੂਸਰਾ ਕਿ ਵੀ ਗੁਰਮੁਖੀ ਉਹਨਾਂ ਨੂੰ ਆਉਣੀ ਚਾਹੀਦੀ ਹੈ। ਜਿਹੜਾ ਮੈਂ ਕਹਿੰਦੀ ਹਾਂ ਕਿ ਵੀ ਆਰਓ ਦੇ ਨਾਲ ਇਹਨਾਂ ਨੇ ਸਾਂਠ ਗਾਂਠ ਦੇ ਨਾਲ, ਮੈਂ ਤਾਂ ਡਾਇਰੈਕਟ ਸਟ੍ਰੇਟ ਵੇ ਕਹਿੰਦੀ ਹਾਂ ਕਿ ਵੀ ਸਾਂਠ ਗਾਂਠ ਦੇ ਨਾਲ ਇਹਨਾਂ ਨੇ ਆਪਣਾ ਟੈਸਟ ਕਲੀਅਰ ਕੀਤਾ। ਜੇ ਇੱਕ ਕਮੇਟੀ ਦੀ ਧਾਰਮਿਕ ਸੰਸਥਾ ਜਿਹਦੇ ਵਿੱਚ ਇੱਕ ਪੰਥਕ ਜਿਹੜਾ ਕੰਮ, ਇਹ ਪੰਥਕ ਕੌਮ ਦਾ ਕੰਮ ਹੋਣਾ, ਜੇ ਉਸ ਵਾਸਤੇ ਮੈਂਬਰ ਝੂਠ ਬੋਲ ਕੇ ਔਰ ਲੈਂਦੇ ਨੇ ਤੇ ਉਹ ਜਿੱਤਦੇ ਨੇ, ਮੈਂਬਰ ਬਣਦੇ ਨੇ, ਉਹ ਫਿਰ ਕੌਮ ਦਾ ਕੀ ਸਵਾਰਨਗੇ ਤੇ ਕੀ ਬੱਚਿਆਂ ਨੂੰ ਕਰਨਗੇ? ਆਪਾਂ ਗੱਲ ਕਰਨੇ ਆ ਕਿ ਵੀ ਸਾਡੀ ਪੰਜਾਬੀ ਬੋਲੀ ਮਾਂ ਬੋਲੀ, ਸਾਡਾ ਵਿਰਸਾ ਅਸੀਂ ਸੰਭਾਲਿਆ ਨਹੀਂ, ਸਾਡਾ ਵਿਰਸਾ ਨਹੀਂ ਰਿਹਾ, ਸਾਡੇ ਬੱਚੇ ਨਹੀਂ। ਜੇ ਅਸੀਂ ਹੀ ਝੂਠ ਬੋਲ ਰਹੇ ਹਾਂ, ਸਾਨੂੰ ਹੀ ਨਹੀਂ ਆਉਂਦਾ, ਤੇ ਗਾਂ ਅਸੀਂ ਬੱਚਿਆਂ ਨੂੰ ਕੀ ਸਿਖਾਵਾਂਗੇ? ਦੂਸਰਾ ਇਸ਼ੂ ਹੈਗਾ ਕਿ ਇਹਦੇ 'ਚ 2 ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਨੇ ਲਿਆ ਸੀ। ਇੱਕ ਅਰਵਿੰਦਰ ਸਿੰਘ ਆਹੂਜਾ, ਦੂਸਰਾ ਵਿਕਰਮ ਸਿੰਘ ਰੋਹਨੀ। ਸੇਮ ਸਟੋਰੀ ਅਰਵਿੰਦਰ ਸਿੰਘ ਆਹੂਜਾ ਦੀ ਹੈ ਕਿ ਨਾ ਉਹਨਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ਨਾ ਉਹਨਾਂ ਨੂੰ ਲਿਖਣੀ ਆਉਂਦੀ ਹੈ, ਅਤੇ ਇਸ ਕਰਕੇ ਕੰਪਲੇਂਟ ਕੀਤੀ ਸੀ ਅਤੇ ਡਾਇਰੈਕਟਰ ਨੇ ਉਹ ਤਾਂ ਕੈਂਸਲ ਕਰਤਾ ਮੈਂਬਰ। ਦੂਸਰੇ ਮੈਂਬਰ ਜਿਹੜਾ ਸੀ ਵਿਕਰਮ ਸਿੰਘ ਰੋਨੀ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਵੀ ਇਸ ਦਾ ਐਫੀਡੇਵਿਟ ਸਾਡੇ ਕੋਲ ਆਲਰੇਡੀ ਹੈ ਕਿ ਵੀ ਅੰਮ੍ਰਿਤਧਾਰੀ ਦਾ ਦਿੱਤਾ। ਵਿਕਰਮ ਸਿੰਘ ਰੋਨੀ ਦੇ ਉੱਤੇ ਸੇਮ ਐਲੀਗੇਸ਼ਨ ਲੱਗਦਾ ਜੋ ਸੁੱਚਾ ਸਿੰਘ ਲੰਗਾਹ ਔਰ ਚਰਨਜੀਤ ਸਿੰਘ ਚੱਡਾ ਵਾਲਾ, ਸੇਮ ਸਟੋਰੀ ਮਿਲਦੀ ਜੁਲਦੀ ਉਹਨਾਂ ਦੀ ਹੈ। ਮੈਂ ਅਕਾਲੀ ਦਲ ਦਾ ਇੰਨਾ ਮਿਆਰ ਡਿੱਗ ਚੁੱਕਾ ਕਿ ਇਹਨਾਂ ਨੂੰ ਕੋਈ ਹੋਰ ਮੈਂਬਰ ਨਹੀਂ ਮਿਲਦੇ, ਇਹੋ ਜਿਹੇ ਬੰਦੇ ਇਹਨਾਂ ਨੂੰ ਲੋੜ ਪੈਂਦੀ ਹੈ। ਔਰ ਇਹਨਾਂ ਦਾ ਡਬਲ ਸਟੈਂਡਰਡ ਦੇਖੋ ਕਿ ਇੱਕ ਪਾਸੇ ਸੁੱਚਾ ਸਿੰਘ ਲੰਗਾਹ ਔਰ ਚਰਨਜੀਤ ਸਿੰਘ ਚੱਡਾ ਜਿਹੜੇ ਚੀਫ ਖਾਲਸਾ ਦੀਵਾਨ ਦੇ ਨੇ, ਪ੍ਰੈਜ਼ੀਡੈਂਟ ਸੀ, ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਕਿਉਂਕਿ ਹੁਣ ਉਹਨਾਂ ਦੀ ਲੋੜ ਨਹੀਂ ਸੀ, ਯੂਜ਼ ਐਂਡ ਥਰੋ ਵਾਲਾ ਕੰਮ ਕਰਤਾ ਉਹਨਾਂ ਨਾਲ। ਵਿਕਰਮ ਸਿੰਘ ਰੋਹਨੀ ਦੀ ਇਹਨਾਂ ਨੂੰ ਹੁਣ ਲੋੜ ਹੈ ਅਤੇ ਉਹਨੂੰ ਮੈਂਬਰ ਵਾਸਤੇ ਕੋਪਸਟ ਵਾਸਤੇ ਪਾਤਾ। ਕੀ ਅਕਾਲੀ ਦਲ ਦਾ ਮਿਆਰ ਇੰਨਾ ਡਿੱਗ ਚੁੱਕਾ ਹੈ ਕਿ ਉਹਨਾਂ ਨੂੰ ਆਪਣੀ ਵੋਟਾਂ ਵਾਸਤੇ, ਇਹਨਾਂ ਨੂੰ ਪੰਥ ਦੇ ਕੌਮ ਦਾ ਕੋਈ ਦਰਦ ਨਹੀਂ, ਇਹ ਹਰ ਪਾਸੇ ਸਮਝੌਤੇ ਹੀ ਕਰਨ ਨੂੰ ਤਿਆਰ ਨੇ ਕਿ ਵੀ ਅਸੀਂ ਜਿੱਤ ਜਾਈਏ ਬਾਏ ਹੁੱਕ ਐਂਡ ਕਰੁੱਕ, ਸਾਨੂੰ ਕੋਈ ਲੋੜ ਨਹੀਂ ਕਿ ਬਈ ਕਿੱਥੇ ਕੌਮ ਜਾ ਰਹੀ ਹੈ, ਸੱਚਾਈ ਕੀ ਹੈ, ਸਾਨੂੰ ਬਸ ਜਿੱਤ ਚਾਹੀਦੀ, ਅਸੀਂ ਜਿੱਤਣਾ। ਇਹਨਾਂ ਕੋਲ ਕੋਈ ਮੈਂਬਰ ਨਹੀਂ ਸੀ,
ਮੈਂ ਸਵਾਲ ਕਰਦੀ ਹਾਂ ਵੱਡੇ ਬਾਦਲ ਸਾਹਿਬ ਨੂੰ, ਛੋਟੇ ਬਾਦਲ ਸਾਹਿਬ ਨੂੰ, ਉਹਨਾਂ ਨੂੰ ਪੁੱਛਦੀ ਹਾਂ ਤੁਹਾਡੇ ਕੋਲ ਹੋਰ ਕੋਈ ਮੈਂਬਰ ਨਹੀਂ ਸੀ? ਇਹ ਪੰਥਕ ਪਾਰਟੀ ਆ, ਅਕਾਲੀ ਦਲ ਨੂੰ ਕੋਈ ਮਾੜਾ ਮੋਟਾ ਨਾ ਸਮਝੋ, ਕੁਰਬਾਨੀਆਂ ਦੇ ਕੇ ਬਣਿਆ ਹੋਇਆ। ਤੁਸੀਂ ਕੀ ਗੱਲ ਇਹੋ ਜਿਹੇ ਹੀ ਬੰਦੇ ਰੱਖ ਕੇ ਸੌਦਿਆਂ ਬਾਜ਼ੀਆਂ ਹੀ ਕਰਾਉਣੀਆਂ ਨੇ? ਡਬਲ ਸਟੈਂਡਰਡ ਤੁਹਾਡਾ ਕੀ ਆ? ਜਾਂ ਤਾਂ ਫਿਰ ਸੁੱਚਾ ਸਿੰਘ ਲਗਾਰ ਤੇ ਚਰਨਜੀਤ ਸਿੰਘ ਚੱਡਾ ਨੂੰ ਵੀ ਲੈ ਲਓ ਜੇ ਵਿਕਰਮ ਸਿੰਘ ਰੋਣੀ ਨੂੰ ਲਿਆ, ਤੇ ਜਾਂ ਫਿਰ ਜੇ ਉਹਨਾਂ ਨੂੰ ਕੱਢਿਆ ਤੇ ਇਹਨੂੰ ਵੀ ਪਾਰਟੀ 'ਚ ਕੱਢੋ। ਤੁਸੀਂ ਇਹਨੂੰ ਕਿਉਂ ਨਹੀਂ ਪਾਰਟੀ 'ਚ ਕੱਢ ਰਹੇ? ਸਿਰਫ ਇੱਕ ਵੋਟ ਬੈਂਕ ਵਾਸਤੇ ਤੁਸੀਂ ਕਰ ਰਹੇ ਹੋ। ਦੂਸਰਾ ਤੁਹਾਡਾ ਡਬਲ ਸਟੈਂਡਰਡ ਇਹ ਆ ਕਿ ਬਈ ਸੇਮ, ਮੈਂ ਐਗਜ਼ਾਮਪਲ ਦੇ ਰਹੀ ਹਾਂ ਤੁਹਾਨੂੰ ਆਪਣਾ 84 ਦਾ। 84 ਦੀ ਲੜਾਈ ਦਾ ਕਹਿੰਦੇ ਨੇ ਕਿ ਅਸੀਂ 84 ਦੀ ਲੜਾਈ ਲੜੀ, ਅਸੀਂ 84 ਦੇ ਵਾਸਤੇ ਕਿ ਤਾਂ ਅਸੀਂ ਪੀੜਤਾਂ ਦੇ ਇਨਸਾਫ ਦੇਣਾ, ਅਸੀਂ ਸੱਜਣ ਕੁਮਾਰ ਨੂੰ ਅੰਦਰ ਕਰਾਇਆ। ਜੇ ਤੁਸੀਂ 84 ਦੇ ਪੀੜਤਾਂ ਦੇ ਨਾਲ ਖੜੇ ਹੋ ਨਾ, ਤੇ ਤੁਸੀਂ ਜਿਨ੍ਹਾਂ ਨੇ 84 ਦੇ ਸੌਦੇ ਕਰਾਏ, ਗਵਾਵਾਂ ਨੂੰ ਮੁਕਰਾਇਆ, ਤੁਸੀਂ ਉਹਨਾਂ ਦੇ ਨਾਲ ਨਾ, ਉਹਨਾਂ ਨੂੰ ਵੋਟਾਂ, ਉਹਨਾਂ ਨੂੰ ਟਿਕਟਾਂ ਨਾ ਦਿੰਦੇ, ਉਹਨਾਂ ਨੂੰ ਵੋਟ ਬੈਂਕਿੰਗ ਵਾਸਤੇ ਨਾ ਰੱਖਦੇ। ਤੁਹਾਨੂੰ ਪਤਾ ਸੀ ਕਿ ਸ਼ਰੇਆਮ ਇੰਨੇ ਅਵਤਾਰ ਸਿੰਘ ਲੋਬਾਨਾ ਨੇ ਗਵਾਹ ਨੂੰ ਮਾਰਿਆ, ਮੁਕਰਾਇਆ ਔਰ ਸੌਦੇ ਕੀਤੇ। ਅਕਾਲ ਤਖਤ ਸਾਹਿਬ ਤੇ ਤਨਖਾਹੀਆ ਕਰਾਰ ਵੀ ਸ਼ੋਅ ਹੋਇਆ, ਪਾਰਟੀ 'ਚੋਂ ਵੀ ਕੱਢਿਆ। ਤੁਸੀਂ ਫਿਰ ਅੱਜ ਤੱਕ ਕਰ ਰਹੇ ਹੋ। ਜਾਂ ਤਾਂ ਫਿਰ ਤੁਹਾਡਾ ਜਿਹੜਾ ਡਬਲ ਸਟੈਂਡਰਡ ਸਾਹਮਣੇ ਆ ਰਿਹਾ, ਲੋਕਾਂ ਸਾਹਮਣੇ ਕਹਿੰਦੇ ਹੋ ਨਾਲ ਹੈ, ਮੈਂਬਰਾਂ ਨੂੰ ਨਾਲ ਰੱਖਿਆ, ਇਹਦਾ ਮਤਲਬ ਕਿ ਤੁਸੀਂ ਕਾਤਲਾਂ ਦੇ ਨਾਲ ਮਿਲੇ ਹੋਏ ਹੋ। ਔਰ ਜਿਹੜਾ ਤੁਸੀਂ ਡਰਾਮਾ ਕਰਦੇ ਰਹੇ ਹੋ ਅੱਜ ਤੱਕ ਕਿ ਅਸੀਂ 84 ਦੇ ਪੀੜਤਾਂ ਦੇ ਨਾਲ ਆ, ਤੁਸੀਂ ਪੀੜਤਾਂ ਦੇ ਨਾਲ ਨਹੀਂ ਸੀ, ਤੁਸੀਂ ਉਹਨਾਂ ਨੂੰ ਕਰਕੇ ਗੁੰਮਰਾਹ ਕਰਕੇ ਤੇ ਅੰਦਰ ਖਾਤੇ ਉਹਨਾਂ ਨੂੰ ਹੌਸਟਾਈਲ ਕਰਾ ਕੇ ਸੌਦੇਬਾਜ਼ੀ ਕਰਦੇ ਰਹੇ ਹੋ, ਤਦ ਹੀ ਇਨਸਾਫ ਨਹੀਂ ਸੀ ਮਿਲਿਆ। ਅਸੀਂ 3 ਗਵਾਹ ਸੀ, ਤਿੰਨੇ ਗਵਾਹ ਅੜੇ ਰਹੇ ਹਾਂ, ਆਪਣੇ ਦਮ 'ਤੇ ਆ। ਅਸੀਂ ਕੇਸ ਨਾ ਅਸੀਂ ਸੱਜਣ ਕੁਮਾਰ ਨੂੰ ਕਰਾਇਆ। ਜੇ ਤੁਸੀਂ ਕਹੋ ਕਿ ਬਈ ਅਕਾਲੀ ਦਲ ਨੇ ਕਰਾਇਆ, ਅਕਾਲੀ ਦਲ ਨੇ ਨਹੀਂ ਕਰਾਇਆ। ਦੇਖੋ ਜੱਜ ਬਦਲਦੇ ਆ, ਵਕੀਲ ਬਦਲੇ ਜਾਂਦੇ ਆ, ਆਈਓ ਬਦਲੇ ਜਾਂਦੇ ਆ, ਲੇਕਿਨ ਗਵਾਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹੀ ਰਹਿੰਦਾ। ਅਤੇ ਤਾਂ ਕਰਕੇ ਆ ਜੇ ਕਹਿੰਦੇ ਤੁਸੀਂ ਹੈ ਨਾ ਕਿ ਬਈ ਅਸੀਂ ਕਈ ਲੋਕ ਮੈਨੂੰ ਕਹਿੰਦੇ ਨੇ ਕਿ ਸੱਜਣ ਕੁਮਾਰ ਨੂੰ ਅਸੀਂ ਕਰਾਇਆ। ਜੇ ਤੁਸੀਂ ਸੱਜਣ ਕੁਮਾਰ ਨੂੰ ਕਰਾਇਆ, ਸਾਡਾ ਕੋਈ ਨਹੀਂ, ਅਸੀਂ ਤਾਂ ਕੁਛ ਨਹੀਂ ਕਰਨ ਵਾਲੇ, ਪਰਮਾਤਮਾ ਦਾ ਹੀ ਬਖਸ਼ਿਸ਼ ਹੋਈ ਸਾਡੇ 'ਤੇ ਅਸੀਂ ਕਰ ਲਿਆ ਅਤੇ ਵੀ ਆਪਣਾ ਇਨਸਾਫ ਲੈ ਲਿਆ। ਅਤੇ ਫਿਰ ਤੁਸੀਂ ਜਗਦੀਸ਼ ਟਾਈਟਲਰ ਨੂੰ ਕਿਉਂ ਨਹੀਂ ਕਰ ਲੈਂਦੇ? ਕਮਲਨਾਥ ਨੂੰ ਕਿਉਂ ਨਹੀਂ ਕਰ ਲੈਂਦੇ? ਜਗਦੀਸ਼ ਟਾਈਟਲਰ ਦੀ ਤਾਂ ਅੱਜ ਤੱਕ FIR ਨਹੀਂ ਲਾਂਚ ਹੋਈ। ਕਮਲਨਾਥ ਦਾ ਵੀ ਸਹੀ ਆ, ਸੇਮ ਸਟੋਰੀ ਆ। ਇਹਨਾਂ ਨੇ ਕਰਨਾ ਕੀ ਆ? ਅੱਜ ਤੱਕ ਇਹਨਾਂ ਨੇ ਇੱਕ ਵੀ ਦੱਸ ਦਿਨ ਕਿ ਅਸੀਂ ਪੰਥਕ ਕੰਮ ਕੀਤਾ ਵੀ ਅਸੀਂ ਉਹਦੇ 'ਚ ਹੈਗੇ ਹਾਂ। 1978 ਦੇ ਵਿੱਚ 13 ਸਿੰਘ ਸ਼ਹੀਦ ਹੁੰਦੇ ਨੇ। ਉਹ ਉਸ ਵੇਲੇ ਮੁੱਖ ਮੰਤਰੀ ਸੀ ਉਸ ਵੇਲੇ, ਔਰ ਇਹਨਾਂ ਨੇ ਨਿਰੰਕਾਰੀ ਗੁਰਬਚਨ ਨੂੰ ਇਹਨਾਂ ਨੇ ਕੱਢ ਕੇ ਦਿੱਲੀ ਪਹੁੰਚਾਇਆ। ਫਿਰ ਉਹਦੇ ਜਿਹੜੇ ਗਵਾਹ ਸੀ, ਦਰਬਾਰਾ ਸਿੰਘ ਗੁਰੂ ਜਿਹੜੇ ਉਸ ਵੇਲੇ DC ਸੀ, ਦਰਬਾਰਾ ਸਿੰਘ ਗੁਰੂ, ਇਹਨਾਂ ਨੇ ਆਪਣੇ ਅਕਾਲੀ ਦਲ 'ਚ ਸ਼ਾਮਲ ਕਰਕੇ ਉਹਨੂੰ ਮੰਤਰੀ ਬਣਾਇਆ, ਆਪਣੇ ਨਾਲ ਰੱਖਿਆ। ਇਜ਼ਹਾਰ ਆਲਮ ਸੀ, ਉਹਨੂੰ ਇਹਨਾਂ ਨੇ DGP ਬਣਾਇਆ ਸੀ। 1978 ਤੋਂ ਬਾਅਦ ਲਗਾ ਲਓ 84 ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈਗਾ ਕਿੰਨੀਆਂ ਇਹਨਾਂ ਦੀਆਂ ਲੈਟਰਾਂ ਵੀ ਫੜੀਆਂ ਗਈਆਂ। ਕਦੇ ਬਲੂ ਸਟਾਰ ਆਪਰੇਸ਼ਨ 'ਚ ਇਹਨਾਂ ਦਾ ਹੱਥ ਸੀ, ਇਹ ਆਪ ਕਹਿੰਦੇ ਸੀ। ਫਿਰ ਕਿੰਨੇ ਮੁੰਡੇ ਇਹਨਾਂ ਨੇ ਸ਼ਹੀਦ ਕਰਾਏ ਨੇ। ਖਾਲਿਸਤਾਨ ਦੀ ਆਪ ਇਹਨਾਂ ਨੇ ਹਮਾਇਤ ਕਰਕੇ ਖਾਲਿਸਤਾਨ ਦੇ ਨਾਲ, ਅਤੇ ਆਪਣੇ ਬੱਚੇ ਇਹਨਾਂ ਨੇ ਬਾਹਰ ਕੱਢਤੇ। ਔਰ ਉਸ ਤੋਂ ਬਾਅਦ ਨੌਜਵਾਨ ਮੁੰਡਾ ਮਰਿਆ। ਸੇਮ ਹੁਣ ਇਹੀ ਕਰ ਰਹੇ ਨੇ, ਗੱਲਾਂ ਕਰਦੇ ਨੇ। ਜਦੋਂ ਪਬਲਿਕ ਨੂੰ ਲੋੜ ਪੈਂਦੀ ਉਦੋਂ ਕਹਿੰਦੇ ਜੀ ਅਸੀਂ ਆਪਣਾ ਉਹ ਹੈਗਾ ਕਿ ਵੀ ਅਸੀਂ ਪੰਥਕ ਪਾਰਟੀਆਂ, ਸਾਨੂੰ ਵੋਟਾਂ ਦਿਓ, ਸਾਨੂੰ ਇਹ ਗੱਲ ਕਰੋ। ਉਦੋਂ ਤੱਕੜੀ ਦਿਸ ਜਾਂਦੀ ਹੈ, ਤਰਾਜੂ ਆ ਕਿ ਬਈ ਆ, ਅੱਗੇ ਪਿੱਛੇ ਇਹਨਾਂ ਨੂੰ ਭੁੱਲ ਜਾਂਦੀ ਹੈ। ਤੁਸੀਂ ਲੜਾਈ 1984 ਦੀ ਲੜੀ ਹੈ, ਬਹੁਤ ਮਜ਼ਬੂਤੀ ਦੇ ਨਾਲ ਲੜੀ ਹੈਗੀ। ਨਾਲੋਂ ਨਾਲ ਅਕਾਲੀ ਦਲ 'ਤੇ ਇਹ ਦੋਸ਼ ਲੱਗਦੇ ਰਹੇ ਨੇ, ਜਿਹੜੇ ਦੋਸ਼ ਤੁਸੀਂ ਲਾ ਰਹੇ ਹੋ, ਇਹ ਗੰਭੀਰਤਾ ਨਾਲ ਦੋਸ਼ ਬਾਕੀ ਸਿਆਸੀ ਪਾਰਟੀਆਂ ਵੀ ਜਾਂ ਬਹੁਤ ਲੋਕ ਜਿਹੜੇ ਉਹ ਲਾਉਂਦੇ ਰਹੇ ਨੇ। ਪਰ ਜੋ ਤੁਸੀਂ ਦੋਸ਼ ਲਾ ਰਹੇ ਹੋ ਵਿਕਰਮ ਸਿੰਘ ਰੋਨੀ 'ਤੇ, ਕੀ ਉਹਨਾਂ ਦੇ ਵਿਰੁੱਧ ਸਬੂਤ ਤੁਹਾਡੇ ਕੋਲੇ ਕੋਈ ਹੈ ਜਾਂ ਉਹਦੀ ਵੀਡੀਓ ਦਸਤਾਵੇਜ਼ ਕੋਈ ਸਾਹਮਣੇ ਆਇਆ ਸੀ ਉਸ ਸਮੇਂ? ਉਸ ਵੇਲੇ ਸ਼ੋਰ ਬੜਾ ਪਿਆ ਸੀ, ਉਹਦੀ ਪੂਰੀ ਕਲੋਨੀ ਇਕੱਠੀ ਹੋਈ ਹੈ। FIR ਹੋਈ ਸੀ ਉਹਦੇ 'ਤੇ, ਰਜਿਸਟਰਡ ਹੋਈ ਸੀ ਉਹਦੇ 'ਤੇ ਉਹਦੀ ਵਾਈਫ ਨੇ ਹੀ ਕੰਪਲੇਂਟ ਕੀਤੀ ਸੀ, ਪੁਲਿਸ ਬੁਲਾਈ ਸੀ। ਔਰ ਪੂਰੇ ਉਹਦਾ ਫਾਰਮਰ ਅਪਾਰਟਮੈਂਟ ਨੂੰ ਸਾਰਾ ਪਤਾ, ਇਹ ਤਾਂ ਓਪਨਲੀ ਆਇਆ ਸੀ, ਸਾਰਾ ਕੁਝ ਸਾਰਿਆਂ ਨੂੰ ਪਤਾ।
ਨਾਲੋਂ ਨਾਲ ਇਹ ਹੈ ਕਿ ਦਿੱਲੀ ਕਮੇਟੀ ਦੇ ਪ੍ਰਬੰਧ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨੀ ਅੰਦੋਲਨ 'ਚ ਵੀ ਪ੍ਰਧਾਨ ਸਾਹਿਬ ਦਿਖਦੇ ਨੇ, ਪਰ ਇਸ ਤੋਂ ਪਹਿਲਾਂ ਜਦੋਂ ਮਨਜਿੰਦਰ ਸਿੰਘ ਸਿਰਸਾ ਪ੍ਰਧਾਨਗੀ ਪਦ ਸਾਂਭਦੇ ਨੇ ਤਾਂ ਉਹਨਾਂ ਤੇ ਵੀ ਕਈ ਕਿਸਮ ਦੇ ਦੋਸ਼ ਜਿਹੜੇ ਉਹ ਲੱਗਦੇ ਨੇ ਕਿ ਉਹ ਪੂਰਨ ਰੂਪ 'ਚ ਗੁਰਸਿੱਖ ਨਹੀਂ ਹੈਗੇ, ਉਹ ਦਾੜੀ ਰੰਗਦੇ ਨੇ, ਸ਼ਿਕਾਰ ਕਰਦੇ ਦੀਆਂ ਫੋਟੋਜ਼ ਵੀ ਉਹਨਾਂ ਦੀਆਂ ਸਾਹਮਣੇ ਆਈਆਂ। ਜਾਂ ਜਿਹੜੇ ਬਾਕੀ ਪ੍ਰਧਾਨ ਨੇ ਮਨਜੀਤ ਸਿੰਘ ਜੀਕੇ ਨੇ, ਉਹਨਾਂ ਤੇ ਵੀ ਕਰਪਸ਼ਨ ਦੇ ਐਲੀਗੇਸ਼ਨ ਲੱਗੇ, ਸਰਨਾ ਭਰਾਵਾਂ ਤੇ ਵੀ ਕਰਪਸ਼ਨ ਦੇ ਐਲੀਗੇਸ਼ਨ ਲੱਗੇ। ਤੇ ਦਿੱਲੀ ਕਮੇਟੀ ਦੀਆਂ ਚੋਣਾਂ 'ਚ ਇਸ ਵਾਰ ਜਿਸ ਢੰਗ ਦੀ ਦੂਸ਼ਣਬਾਜ਼ੀ ਹੋਈ ਹੈ ਤਾਂ ਉਹਦੇ ਨਾਲ ਵੋਟ ਪਰਸੈਂਟੇਜ ਜਿਹੜੀ ਥੱਲੇ ਗਈ ਹੈ। ਤਾਂ ਵੋਟ ਪਰਸੈਂਟੇਜ ਦਾ ਕਾਰਨ ਥੱਲੇ ਜਾਣ ਦਾ ਇਹੀ ਹੈ ਕਿ ਜੋ ਸਿੱਖ ਸੰਗਤ ਸੀਗੀ ਉਹਨਾਂ ਨੂੰ ਬਿਆਨਬਾਜ਼ੀ ਚੰਗੀ ਨਹੀਂ ਲੱਗੀ, ਜਾਂ ਜੋ ਪ੍ਰਬੰਧਕ ਨੇ ਉਹਨਾਂ ਤੇ ਉਹਨਾਂ ਦਾ ਭਰੋਸਾ ਉਸ ਢੰਗ ਦੇ ਨਾਲ ਨਹੀਂ ਰਿਹਾ, ਜਾਂ ਵੋਟ ਪਰਸੈਂਟੇਜ ਥੱਲੇ ਜਾਣ ਦੇ ਹੋਰ ਵੀ ਕਾਰਨ ਨੇ। ਦੇਖੋ ਉਹਦੇ 'ਚ ਕਈ ਕਾਰਨ ਹੈਗੇ। ਵੋਟ ਪਰਸੈਂਟੇਜ ਦਾ ਪਹਿਲਾ ਕਾਰਨ ਤੇ ਇਹ ਸੀ ਕਿ ਵੀ 22 ਤਰੀਕ ਨੂੰ ਰੱਖੜੀ ਸੀ, ਮੋਸਟਲੀ ਬੀਬੀਆਂ ਜਿਹੜੀਆਂ ਗਈਆਂ ਹੋਈਆਂ ਸੀ, ਅਤੇ ਨਾਲ ਕਈਆਂ ਦੇ ਜਿੱਦਾਂ ਫੈਮਲੀਆਂ ਦੂਰ ਨੇ ਪਰਿਵਾਰਾਂ ਦੇ, ਉਹਨਾਂ ਦੇ ਹਸਬੈਂਡਸ ਨਾਲ ਲੈ ਕੇ ਗਏ ਨੇ। ਤੇ ਇੱਕ ਤੇ ਇਹ ਇਸ਼ੂ ਸੀ। ਸੈਕੰਡਲੀ ਇਸ਼ੂ ਸੀ ਕਿ ਵੀ ਸੰਗਤ ਅੱਕ ਚੁੱਕੀ ਸੀ ਇਹਨਾਂ ਦਾ ਸੁਣ ਕੇ। ਉਹ ਕਹਿੰਦੇ ਸੀ ਅਸੀਂ ਵੀ ਕਈ ਵਾਰੀ ਪਰੇਸ਼ਾਨ ਹੋਏ, ਇੱਦਾਂ ਦੇ ਇੱਕ ਦੂਜੇ 'ਤੇ ਬਲੇਮ ਲੱਗਦੇ ਨੇ, ਅਤੇ ਅਸੀਂ ਵੀ ਇਹਨੇ ਸਾਨੂੰ ਲੋਕੀ ਮਜ਼ਾਕ ਸਾਡਾ ਉਡਾਉਂਦੇ ਨੇ, ਸਾਨੂੰ ਕਹਿੰਦੇ ਨੇ ਕਈ ਵਾਰੀ, ਕਹਿੰਦੇ ਕਿਆ ਤੁਮਾਰੇ ਇਹ ਸਿੱਖ ਕਿਆ ਕਰਤੇ हैं, ਗੁਰਦੁਆਰੇ में गुरु घर से ही चोरियां करते हैं, ये करते हैं ना। बड़ियां ਇਹੋ ਜਿਹੀਆਂ ਗੱਲਾਂ ਸਾਨੂੰ ਮਿਲਣ ਨੂੰ ਆਉਂਦੀਆਂ ਨੇ। ਇਹਦਾ ਉਹ ਇਹ ਵੀ ਕਾਰਨ ਸੀ। ਤੀਸਰਾ ਇਹ ਸੀ ਕਿ ਵੀ ਪਬਲਿਕ ਨਾ ਚਾਹੁੰਦੀ ਨਹੀਂ ਸੀ ਕਿ ਬਈ ਇਲੈਕਸ਼ਨਾਂ ਹਜੇ ਹੋਣ, ਜਾਂ ਵੀ ਇਹ ਆਨ ਪਬਲਿਕ ਇੱਕ ਇਹਨਾਂ ਤਿੰਨਾਂ ਤੋਂ ਇਲਾਵਾ ਚੌਥਾ ਬਦਲਾਵ ਚਾਹੁੰਦੀਆਂ ਸੀ। ਗੱਲਾਂ ਤੇ ਸਾਰੇ ਕਰ ਦਿੰਦੇ ਨੇ ਇਹ ਗੱਲ, ਪਰ ਪ੍ਰੋਬਲਮ ਇਹ ਹੈ ਕਿ ਬਈ ਹੁਣ ਜਿਹੜੇ ਗੱਲ ਕਰਨੇ ਆ ਸਰਨੇ ਤੇ ਵੀ ਬਲੇਮ ਲੱਗਾ ਹੋਇਆ, ਮਨਜੀਤ ਤੇ ਜੀਕੇ ਤੇ ਵੀ ਬਲੇਮ ਲੱਗਾ, ਸਿਰਸਾ ਤੇ ਵੀ ਬਲੇਮ ਲੱਗਾ। ਪਰ ਜਿੱਦਾਂ ਲੁੱਕਆਊਟ ਹੋਇਆ ਔਰ FIR ਜਿਹੜੇ ਜਿਸ ਤਰ੍ਹਾਂ ਸਿਰਸੇ ਦਾ ਓਪਨਲੀ ਹੋਇਆ ਕੰਮ, ਇਸ ਤਰ੍ਹਾਂ ਦਾ ਅੱਜ ਤੱਕ ਕਿਸੇ 'ਤੇ ਨਹੀਂ ਹੋਇਆ। ਵੀ ਜਿੱਦਾਂ ਕੋਰਟ ਨੂੰ ਆਰਡਰ ਹੋਇਆ ਕभी ਹੈ ਉਹ ਸਿਰਸੇ 'ਤੇ ਹੀ। ਔਰ ਸਿਰਸਾ ਖੁਦ ਹੀ ਕਹਿੰਦਾ ਸੀ ਕਿ ਜਦੋਂ ਮਨਜੀਤ 'ਤੇ ਬਲੇਮ ਲੱਗੇ ਸੀ, ਕਹਿੰਦਾ ਕਿ ਅਗਰ ਮੇਰੇ 'ਤੇ FIR ਹੋਈ ਨਾ, ਅਗਰ ਮੇਰੇ 'ਤੇ ਕਿ ਮੈਂ 1 ਮਿੰਟ ਤੋਂ ਪਹਿਲਾਂ ਅਸਤੀਫਾ ਦੇ ਦਾਂਗਾ, ਮੈਂ ਛੱਡ ਕੇ ਚੱਲ ਜਾਵਾਂਗਾ। ਉਹਦੀਆਂ ਤਾਂ FIRਾਂ ਵੀ ਕੱਟੀਆਂ ਗਈਆਂ ਕਿ ਮੇਰੇ 'ਤੇ ਜੇ ਕੋਈ ਬਲੇਮ ਲੱਗੇਗਾ ਤਾਂ ਬਲੇਮ 'ਤੇ ਕੀ ਲੱਗਣਾ, ਉਹਦੇ 'ਤੇ FIR ਕੱਟੀ ਗਈ, ਉਹਨੇ ਤਾਂ ਵੀ ਨਹੀਂ ਛੱਡਿਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਬਿਆਨ ਹੋਰ ਦਿੱਤਾ ਸੀ ਕਿ ਜੇ ਮੈਂ 40 ਸੀਟਾਂ ਨਾ ਲੈ ਕੇ ਆਇਆ ਤੇ ਮੈਂ ਪ੍ਰਧਾਨਗੀ ਦਾ ਹੱਕਦਾਰ ਨਹੀਂ ਹਾਂ। ਹੁਣ ਤਾਂ ਖੁਦ ਹਾਰ ਚੁੱਕੇ ਨੇ, ਫਿਰ ਵੀ ਪ੍ਰਧਾਨਗੀ ਦੇ ਹੱਕਦਾਰ ਬਣ ਰਹੇ ਨੇ, ਤੇ ਇਸ਼ੂ ਅਲੱਗ ਨੇ। ਤੇ ਦੇਖੋ ਜਦੋਂ ਇਹ ਇੰਨੇ ਪੈਸੇ ਲਾ ਕੇ ਬੇਇੰਤਹਾ ਪੈਸਾ ਲਗਾ ਕੇ ਜਿੱਤਦੇ ਨੇ, ਤੇ ਫਿਰ ਇਹਨਾਂ ਨੇ ਉੱਥੋਂ ਹੀ ਕੱਢਣੇ ਨੇ, ਘਪਲੇ ਤੇ ਉੱਥੋਂ ਹੀ ਕਰਨੇ ਨੇ। ਨਾਲੋਂ ਨਾਲ ਉਹਨਾਂ ਦਾ ਸੰਬੰਧ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਦੋਂ ਗੱਲ ਆਉਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਰੁੱਧ ਅਦਾਲਤਾਂ ਦੇ ਵਿੱਚ ਵੀ ਗਏ ਨੇ ਕੁਝ ਲੋਕ। ਤੇ ਇਸ ਵੱਲ ਦਿੱਲੀ ਕਮੇਟੀ ਦੀਆਂ ਚੋਣਾਂ ਸਮੇਂ ਵੀ ਇੱਕ ਰਿਟ ਜਿਹੜੀ ਉਹ ਪਾਈ ਗਈ ਸੀ ਗੁਰਦੁਆਰਾ ਕਮਿਸ਼ਨ ਕੋਲੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੋ ਸੰਵਿਧਾਨ ਨੇ ਜਿਹੜਾ ਦਿੱਲੀ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਸਿਰਫ ਧਾਰਮਿਕ ਪਾਰਟੀਆਂ ਜਿਹੜੀਆਂ ਨੇ ਉਹੀ ਚੋਣਾਂ ਲੜ ਸਕਦੀਆਂ ਨੇ। ਪਰ ਸ਼੍ਰੋਮਣੀ ਅਕਾਲੀ ਦਲ ਤੇ ਇਹ ਦੋਸ਼ ਲੱਗਿਆ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਸੈਕੂਲਰ ਪਾਰਟੀ ਸ਼ੋਅ ਕੀਤਾ ਗਿਆ, ਪਰ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਂਦੀਆਂ ਉਦੋਂ ਧਾਰਮਿਕ ਪਾਰਟੀ ਜਿਹੜਾ ਸ਼ੋਅ ਕੀਤਾ ਜਾਂਦਾ ਹੈਗਾ। ਤਾਂ ਇਹ ਮਸਲੇ ਤੇ ਜਿਹੜੀ ਲੜਾਈ ਆ ਉਹ ਲੜੀ ਜਾਊਗੀ, ਜਾਂ ਇਹ ਜਿਹੜਾ ਪੱਖ ਹੈ ਅਕਾਲੀ ਦਲ ਦਾ, ਇਹਦੇ ਤੇ ਤੁਸੀਂ ਕੀ ਕਹੋਗੇ? ਦੇਖੋ ਮੈਂ ਤਾਂ ਸ਼ੁਰੂ ਤੋਂ ਤੁਹਾਨੂੰ ਦੱਸਿਆ ਕਿ ਵੀ ਇਹਨਾਂ ਦਾ ਡਬਲ ਸਟੈਂਡਰਡ ਆ ਹਰ ਜਗ੍ਹਾ ਤੋਂ, ਇੱਥੇ ਵੀ ਇਹੀ ਹੈ। ਜਦੋਂ ਤੇ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨੀਆਂ ਹੁੰਦੀਆਂ, ਉਦੋਂ ਤੇ ਬਣ ਜਾਂਦੇ ਨੇ ਧਾਰਮਿਕ ਪਾਰਟੀ। ਤੇ ਜਦੋਂ ਇਹਨਾਂ ਨੇ ਲੜਨੀ ਹੁੰਦੀ ਆ ਸਿਆਸੀ ਪਾਰਟੀਆਂ ਵਿਧਾਨ ਸਭਾ ਦੀਆਂ, ਤਦ ਇਹਨਾਂ ਨੂੰ ਹੁੰਦਾ ਕभी ਤਦ ਇਹਨਾਂ ਦਾ ਹੋਰ ਸੰਵਿਧਾਨ ਬਣ ਜਾਂਦਾ। ਤੇ ਇਹ ਦੇਖੋ ਪਹਿਲਾਂ ਤੇ ਕੌਮ ਨੂੰ, ਗੁਰੂ ਨੂੰ ਧੋਖਾ ਦੇ ਰਿਹਾ, ਕੌਮ ਨੂੰ ਧੋਖਾ ਦੇ ਰਿਹਾ, ਪਬਲਿਕ ਨੂੰ ਧੋਖਾ ਦੇ ਰਿਹਾ, ਤੇ ਸਰਕਾਰ ਨੂੰ, ਇਹਨਾਂ ਲਈ ਸਰਕਾਰ ਕੀ ਚੀਜ਼ ਹੈ, ਕਾਨੂੰਨ ਨੂੰ ਵੀ ਧੋਖਾ ਦੇ ਰਿਹਾ। ਇਹ ਤਾਂ ਹੁਣ ਕਾਨੂੰਨ ਨੂੰ ਸੋਚਣਾ ਚਾਹੀਦਾ ਨਾ ਵੀ ਇਹਨਾਂ ਨੂੰ ਅੰਦਰ ਕਰਨਾ ਕਿ ਨਹੀਂ ਕਰਨਾ। ਇਹਨਾਂ ਨੂੰ ਤਾਂ ਅੰਦਰ ਸੁੱਟਣਾ ਚਾਹੀਦਾ। ਜਿਹੜੇ ਗੁਰੂ ਦੇ ਨਹੀਂ ਬਣੇ, ਕੌਮ ਦੇ ਨਹੀਂ ਬਣੇ, ਪਬਲਿਕ ਦੇ ਨਹੀਂ ਬਣੇ, ਕਾਨੂੰਨ ਦੇ ਕਿੱਥੋਂ ਬਣ ਜਾਣਗੇ? ਕਾਨੂੰਨ ਦੇ ਵੀ ਨਹੀਂ। ਕਾਨੂੰਨ ਤੇ ਉਹਨਾਂ ਲਈ ਮਜ਼ਾਕ ਹੈ। ਮੈਂ ਤਾਂ ਕਹਿੰਦੀ ਆ ਇਹਨਾਂ ਦੇ ਉੱਤੇ ਕੇਸ ਚੱਲਣਾ ਚਾਹੀਦਾ, ਕੇਸ ਚੱਲ ਕੇ ਇਹਨਾਂ ਨੂੰ ਅੰਦਰ ਸੁੱਟਣਾ ਚਾਹੀਦਾ।
ਇੱਕ ਬੀਬੀ ਜੀ ਹੋਰ ਗੱਲ ਦੇਖਣ ਨੂੰ ਮਿਲੀ, ਮਨਜੀਤ ਸਿੰਘ ਜੀਕੇ ਦੀ ਅਗਵਾਈ 'ਚ ਚੋਣਾਂ ਲੜੀਆਂ ਗਈਆਂ ਤਾਂ ਫਿਰ ਵੀ ਬਾਦਲ ਪਰਿਵਾਰ ਦੀਆਂ ਤਸਵੀਰਾਂ ਜਿਹੜੀਆਂ ਗਾਇਬ ਦਿਖਾਈ ਦਿੱਤੀਆਂ। ਪ੍ਰਚਾਰ ਦੇ ਵਿੱਚ ਬਾਦਲ ਪਰਿਵਾਰ ਮੰਨਫੀ ਸੀ। ਇਸ ਵਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਗਈਆਂ ਤਾਂ ਬਾਦਲ ਪਰਿਵਾਰ ਦੀਆਂ ਤਸਵੀਰਾਂ, ਪੋਸਟਰਾਂ, ਬੈਨਰਾਂ ਤੋਂ ਇਸ ਵਾਰ ਵੀ ਗਾਇਬ ਸੀ ਤੇ ਉਹ ਪ੍ਰਚਾਰ 'ਚ ਮੰਨਫੀ ਸੀਗਾ। ਕਾਰਨ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਤਾਂ ਪ੍ਰਚਾਰ ਸਮੇਂ ਉਹਨਾਂ ਦੀ ਤਸਵੀਰਾਂ ਵੀ ਗਾਇਬ ਨੇ, ਉਹ ਪ੍ਰਚਾਰ 'ਚੋਂ ਵੀ ਗਾਇਬ ਰਹਿੰਦੇ ਨੇ, ਪਰ ਜਿੱਤ ਤੋਂ ਬਾਅਦ ਉਹ ਇਹਨੂੰ ਅਕਾਲੀ ਦਲ ਦੀ ਜਿੱਤ ਕਰਾਰ ਦਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਦੀ ਜਿੱਤ ਕਰਾਰ ਦਿੰਦੇ ਨੇ, ਫਿਰ ਉਹ ਸਰਗਰਮ ਦਿਖਾਈ ਦਿੰਦੇ ਨੇ। ਦੇਖੋ ਸੇਮ 2017 ਚ ਜੋ ਮਨਜੀਤ ਸਿੰਘ ਜੀ ਕੇ ਨੇ ਕੀਤਾ ਸੀ ਕਿ ਵੀ ਪਹਿਲਾਂ ਨਹੀਂ ਲਗਾਈਆਂ ਔਰ ਬਾਅਦ ਚ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੀਆਂ ਸੀਟਾਂ ਨੇ ਮੈਂ ਅਕਾਲੀ ਦਲ ਦੇ ਝੋਲੀ ਚ ਪਾਣਾ। ਸੇਮ ਉਹੀ ਇੱਦਾਂ ਸਿਰਸਾ ਕਰ ਰਿਹਾ, ਪਬਲਿਕ ਨੂੰ ਬੇਵਕੂਫ ਬਣਾਇਆ। ਮੋਸਟਲੀ ਲੋਕੀ ਤਾਂ ਜਾਣਦੇ ਸੀ ਕਿ ਵੀ ਇਹਨਾਂ ਨੇ ਉੱਥੇ ਹੀ ਜਾਣਾ, ਪਰ ਕੁਝ ਲੋਕੀ ਜਿਹੜੇ ਝਾਂਸੇ ਚਾਹਦੇ ਜਿਨ੍ਹਾਂ ਨੂੰ ਨਹੀਂ ਇੰਨਾ ਪਤਾ, ਉਹਨਾਂ ਨੂੰ ਇਹ ਕਿ ਵੀ ਬੇਅਦਬੀ ਹੋਈ ਆ ਵੀ ਅਸੀਂ ਬਾਦਲਾਂ ਨੂੰ ਨਹੀਂ ਪਾਣੀ, ਚਲੋ ਇਹ ਕੰਮ ਕਰ ਰਹੇ ਨੇ ਇਹਨਾਂ ਨੂੰ ਪਾ ਰਹੇ ਹਾਂ। ਇਹਨਾਂ ਨੇ ਸ਼ੋਅ ਆਫ ਕੀਤਾ ਕਿ ਅਸੀਂ ਇਹ ਕੰਮ ਕੀਤੇ, ਅਸੀਂ ਉਹ ਕੰਮ ਕੀਤੇ। ਜਿਸ ਤਰ੍ਹਾਂ ਹੁਣ ਤੁਹਾਨੂੰ ਫੋਰ ਐਗਜ਼ਾਮਪਲ ਇਹ ਗੱਲ ਹੈ, ਮੈਂ MRI ਦੀ ਗੱਲ ਦੱਸਣੀ, ਕਹਿੰਦੇ ਨੇ ਇਹ ਪਬਲਿਕ ਨੂੰ ਕਿੰਨਾ ਵੱਡਾ ਧੋਖਾ ਕਿ ਵੀ MRI ਹੈ। ਇਹ ਸੇਮ ਜਿੱਦਾਂ ਸਰਕਾਰੀ ਹੌਸਪੀਟਲਾਂ 'ਚ ਜਿਹੜਾ ਚੱਲਦਾ, ਜਿਹਦਾ ਲੋ ਇਨਕਮ ਸਰਟੀਫਿਕੇਟ ਹੈ, ਜਿਹਦੇ ਕੋਲ ਹੈਗਾ ਗਰੀਬੀ ਰੇਖਾ ਦੇ ਵਿੱਚ ਜਿਹਦਾ ਰਾਸ਼ਨ ਕਾਰਡ ਹੈਗਾ, ਉਹਨੂੰ 50 ਰੁਪਏ ਦੀ ਹੈਗੀ ਹੈ, ਸਰਕਾਰ ਦਿੰਦੀ ਹੈ। ਉਹੀ ਪ੍ਰੋਵੀਜ਼ਨ ਇੱਥੇ ਹੈ, ਜਿਨ੍ਹਾਂ ਦੇ ਕੋਲ ਸਰਕਾਰੀ ਲੋ ਇਨਕਮ ਸਰਟੀਫਿਕੇਟ ਹੈਗਾ ਔਰ ਪੀਲਾ ਕਾਰਡ ਹੈਗਾ, ਉਹਨੂੰ ਇਹ 50 ਰੁਪਏ ਦਾ, ਆਮ ਲੋਕੀ ਜਾਏਗਾ ਉਹਨੂੰ ਥੋੜ੍ਹਾ 50 ਰੁਪਏ ਦਾ ਦਿੰਦੇ ਨੇ। ਨਹੀਂ, ਇਹ ਵੀ ਇਹਨਾਂ ਨੇ ਬਹੁਤ ਪਬਲਿਕ 'ਚ ਗੁੰਮਰਾਹ ਕੀਤਾ। MRI ਸੈਂਟਰ ਦੀ ਤੁਸੀਂ ਗੱਲ ਕੀਤੀ ਤਾਂ ਉਹਦੇ 'ਚ ਜਿਹੜਾ ਅਮਿਤਾਭ ਬੱਚਨ ਦੀ ਫੰਡਿੰਗ ਦਾ ਆ ਜਾਂਦਾ ਗਾ ਰੌਲਾ। ਮਨਜਿੰਦਰ ਸਿੰਘ ਸਿਰਸਾ ਆ ਕੇ ਸਫਾਈ ਦਿੰਦੇ ਆ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ, ਮੈਂ ਤਾਂ ਬਾਅਦ 'ਚ ਪਤਾ ਕਰਾਇਆ, ਫਿਰ ਮੈਨੂੰ ਕਿਤੇ ਜਾ ਕੇ ਪਤਾ ਲੱਗਿਆ ਕਿ ਅਮਿਤਾਭ ਬੱਚਨ ਵੱਲੋਂ ਕੀਤੀ ਗਈ ਹੈ। ਤੇ ਫਿਰ ਜੋ ਮੇਰੀ ਫ਼ੋਨ 'ਤੇ ਗੱਲਬਾਤ ਉਹਨਾਂ ਦੇ ਨਾਲ ਹੋਈ, ਉਹ ਮੈਂ ਟਵਿੱਟਰ ਤੇ ਫੇਸਬੁੱਕ ਦੇ ਜ਼ਰੀਏ ਸੰਗਤਾਂ ਨੂੰ ਜਿਹੜੀ ਦੱਸਤੀ। ਤਾਂ ਇਸ ਪੱਖ 'ਤੇ ਤੁਸੀਂ ਕੀ ਕਹੋਗੇ? ਅਕਾਲੀ ਦਲ ਦੇ ਨਾਲ ਸੰਬੰਧਿਤ ਨੇ ਮਨਜਿੰਦਰ ਸਿੰਘ ਸਿਰਸਾ ਤੇ ਅਮਿਤਾਭ ਬੱਚਨ ਦੇ ਉੱਪਰ ਤੁਸੀਂ ਖੁਦ 1984 ਸਿੱਖ ਕਤਲੇਆਮ ਪੀੜ ਤੋਂ ਉਹਨਾਂ 'ਤੇ ਗੰਭੀਰ ਦੋਸ਼ ਜਿਹੜੇ ਇਸ ਮਸਲੇ ਨੂੰ ਲੈ ਕੇ ਲੱਗਦੇ ਰਹੇ ਨੇ। ਮੈਂ ਅਮਿਤਾਭ ਵਾਲੇ ਕੇਸ 'ਚ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ, ਮੈਂ ਜਥੇਦਾਰ ਸਾਹਿਬ ਨੂੰ ਇਹਦੀ ਲਿਖਤੀ ਮੈਂ ਕੰਪਲੇਂਟ ਵੀ ਕੀਤੀ ਸੀ ਔਰ ਮੈਂ ਕਿਹਾ ਸੀ ਇਹਦਾ ਨਾ, ਪਰ ਤੁਹਾਨੂੰ ਪਤਾ ਜਥੇਦਾਰ ਸਾਹਿਬ ਜਿਨ੍ਹਾਂ ਦੀ ਨੌਕਰੀ ਕਰਦੇ ਵੀ ਚਾਕਰੀ ਵੀ ਉਹਨਾਂ ਦੀ ਕਰਨੀ ਉਹਨੇ, ਉਹਨਾਂ ਨੇ ਮੇਰੀ ਅੱਜ ਤੱਕ ਉਸ ਦਾ ਜਵਾਬ ਨਹੀਂ ਦਿੱਤਾ ਔਰ ਨਾ ਹੀ ਪੁੱਛਿਆ। ਮੈਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਵੀ ਕੀ ਗੱਲ ਸਿੱਖ ਕੌਮ ਦੇ ਕੋਲ ਪੈਸਾ ਨਹੀਂ ਹੈਗਾ? ਸਿੱਖ ਕੌਮ ਜਦ ਤੁਸੀਂ ਸ਼ਰੇਆਮ ਓਪਨਲੀ ਮੰਗ ਰਹੇ ਹੋ, ਹੈੱਡ ਗ੍ਰੰਥੀ ਜਿਹੜੇ ਰਣਜੀਤ ਸਿੰਘ ਆ ਉਹ ਓਪਨਲੀ ਮੰਗ ਰਹੇ ਨੇ, ਕਹਿ ਰਹੇ ਵੀ ਮਾਇਆ ਦੋ ਕਰ ਰਹੇ ਵੀ ਸੇਵਾ ਵਾਸਤੇ, ਤੁਹਾਨੂੰ ਇੰਨੀ ਮਿਲ ਰਹੀ ਹੈ, ਤੁਸੀਂ ਹੋਰ 2-4 ਦਿਨ ਮੰਗਣਾ ਹੁੰਦਾ, ਮਹੀਨਾ ਮੰਗ ਕੇ ਤੁਸੀਂ ਕਰ ਲੈਂਦੇ, ਤੁਹਾਨੂੰ ਕੀ ਲੋੜ ਸੀ? ਇੱਕ ਗੱਲ, ਅੱਜ ਤੱਕ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉੱਥੇ ਵੀ ਇਹਨਾਂ ਦਾ ਡਬਲ ਸਟੈਂਡਰਡ ਹੈ। ਅਮਿਤਾਭ ਬੱਚਨ ਦੇ ਵਿੱਚ ਜਿਹੜਾ ਹੈਗਾ, ਮੈਂ ਕੰਪਲੇਂਟ ਕੀਤੀ, ਮੈਂ ਬੋਲਿਆ, ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਔਰ ਜਿਹੜੀ ਗੱਲ ਦੂਸਰੇ ਸਿਰਸਾ ਸਾਹਿਬ ਕਹਿ ਰਹੇ ਨੇ ਕਿ ਵੀ ਮੈਨੂੰ ਨਹੀਂ ਪਤਾ, ਬਿਲਕੁਲ ਗੱਲ ਗਲਤ ਹੈ। 2017 ਦੇ ਵਿੱਚ ਸਿਰਸਾ ਸਾਹਿਬ ਨੇ, ਮੈਂ ਤੁਹਾਨੂੰ ਟਵਿੱਟਰ ਵੀ ਦੇ ਸਕਦੀ ਹਾਂ, ਟਵਿੱਟ ਕੀਤਾ ਸੀ ਕਿ ਵੀ ਅਮਿਤਾਭ ਬੱਚਨ ਨੂੰ ਕੀਤਾ ਸੀ ਕਿ ਵੀ ਇਹ ਬਲੇਮ ਲੱਗ ਰਹੇ ਨੇ ਵੀ ਇਸ ਤਰ੍ਹਾਂ ਗੱਲ ਕੀਤਾ। ਉਹਨੂੰ ਪੁੱਛੋ ਤਾਂ ਸਪਸ਼ਟੀਕਰਨ ਦਾ, ਹੈ ਨਾ, ਉਹਨੇ ਕੋਈ ਜਵਾਬ ਨਹੀਂ ਸੀ ਦਿੱਤਾ। ਉਹਦੇ ਕਿ ਵੀ ਤੂੰ ਇਹਦਾ ਕਾਤਲ ਹੈ ਫਲਾਣਾ, ਉਹਦੇ 'ਤੇ ਕਿਹਾ ਸੀ, ਉਹਦਾ ਅੱਜ ਤੱਕ ਇਹਨੇ ਜਵਾਬ ਨਹੀਂ ਦਿੱਤਾ। ਜਦ ਤੈਨੂੰ ਸਾਰਾ ਪਤਾ ਸੀ ਫਿਰ ਤੂੰ ਉਸ ਬੰਦੇ ਦੇ ਕੋਲੋਂ ਪੈਸੇ ਕਿਉਂ ਲਏ? ਨਾਲੇ ਜਿਹੜੀ ਗੱਲ ਕਰੇ ਮੈਨੂੰ ਪਤਾ ਹੀ ਨਹੀਂ, ਇੰਨੀ ਵੱਡੀ ਅਮਾਊਂਟ ਜਿਹੜੇ ਦਿੰਦੇ, ਇਸ ਤਰ੍ਹਾਂ ਨਹੀਂ ਹੁੰਦਾ ਕਿ ਕੋਈ ਆਪਣੇ ਆਪ ਪਾ ਦਿੰਦਾ। ਅਮਿਤਾਭ ਬੱਚਨ ਨੇ ਇੱਕ ਪਾਸੇ ਟਵਿੱਟ ਕਰਕੇ ਸਿਰਸਾ ਨੇ ਖੁਦ ਆਖਿਆ ਕਿ ਮੇਰੀ ਡੇਲੀ ਅਮਿਤਾਭ ਬੱਚਨ ਨਾਲ ਗੱਲ ਹੁੰਦੀ ਸੀ ਤੇ ਔਰ ਉਹਦੇ ਨਾਲ ਅਸੀਂ ਰਾਬਤਾ ਰੱਖ ਕੇ ਤੇ ਅਸੀਂ ਕੰਮ ਕਰ ਰਹੇ ਸੀ। 15-20 ਦਿਨ ਤੋਂ ਹੋ ਰਹੀ ਸੀ। ਫਿਰ ਕਿੱਦਾਂ 15-20 ਦਿਨ ਤੋਂ ਉਹਨੂੰ ਪਤਾ ਨਹੀਂ ਲੱਗਾ ਵੀ ਮੈਂ ਅਮਿਤਾਭ ਬੱਚਨ ਨਾਲ ਗੱਲ ਕਰ ਰਿਹਾ? ਤੀਸਰੀ ਗੱਲ ਹੈਗੀ ਹੈ ਕਿ ਵੀ ਜਿਹੜਾ ਇਹ ਕਹਿੰਦੇ ਕਿ ਨਹੀਂ ਪਤਾ ਹੈਗਾ, MRI ਜਿਹੜੀ ਮਸ਼ੀਨ ਲੈਣੀ ਉਹ ਤੋਂ ਬੜੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ। ਇਹ ਕੋਈ ਛੋਟੀ ਮੋਟੀ ਮਸ਼ੀਨ ਨਹੀਂ ਹੈ ਜਿਹੜੀ ਇਹਦੇ ਵਾਸਤੇ ਆਰਡਰ ਦੇਣਾ ਪੈਂਦਾ। ਕਾਫੀ ਦਿਨ ਤੋਂ ਗੱਲ ਚੱਲ ਰਹੀ ਸੀ ਕਿੱਥੋਂ ਆ ਰਿਹਾ। ਇਹਨੇ ਸਿਰਸੇ ਨੇ ਗੁੰਮਰਾਹ ਕੀਤਾ, ਇਹਨੇ 2 ਥਾਂ ਪੈਸੇ ਲਿਆ। ਜਦੋਂ ਉੱਥੇ ਸਨਮਾਨਿਤ ਕੀਤਾ ਉਦੋਂ ਫੈਮਿਲੀ ਕੋਈ ਹੋਰ ਦੱਸੀ, ਬੇਦੀ ਫੈਮਿਲੀ ਔਰ ਇੱਕ ਮੇਰੇ ਖਿਆਲ ਆਹੂਜਾ ਪਤਾ ਨਹੀਂ ਆਹੂਜਾ ਫੈਮਿਲੀ ਕਿ ਵੀ ਉਹਨਾਂ ਨੇ ਕੀਤੇ ਆ। ਸਨਮਾਨਿਤ ਉਹਨਾਂ ਨੂੰ ਕੀਤਾ
ਪੈਸੇ ਅੰਡਰ ਦਾ ਟੇਬਲ ਅਮਿਤਾਭ ਕੋਲੋਂ ਲਏ। ਅਮਿਤਾਭ ਨੇ ਆਖਿਆ, ਅਮਿਤਾਭ ਨੇ ਇਹ ਵੀ ਗੱਲ ਆਖੀ ਨਾਲ, ਜਦੋਂ ਕਹਿੰਦਾ ਹੀ ਨੇ, ਕਹਿੰਦਾ 2 ਕਰੋੜ ਦਾ ਰੌਲਾ ਪਿਆ, ਕਹਿੰਦਾ ਨਹੀਂ ਨਾ ਮੈਂ ਤੇ ਹੋਰ ਵੀ ਦਿੱਤਾ। ਉਹਨੇ ਫਿਰ ਖੋਲ੍ਹੀ MRI ਦੀ ਗੱਲ, ਤੇ ਫਿਰ ਇਹਨੇ ਬੋਲਿਆ, ਤੇ ਇਹਨੇ ਤੇ ਸ਼ੋਅ ਕਿਸੇ ਹੋਰ ਨੂੰ ਕੀਤਾ ਸੀ। ਜਦ ਇਹਨੂੰ ਪਤਾ ਸੀ, ਇਹਨੂੰ ਸਾਰਾ ਪਤਾ ਸੀ ਕਿ ਵੀ ਅਮਿਤਾਭ ਬੱਚਨ ਕੋਲੋਂ ਮੈਂ ਪੈਸੇ ਲੈ ਰਿਹਾ, ਉਹ ਕਾਤਲਾਂ ਜਿਹੜਾ ਉਹ ਦੋਸ਼ੀ ਹੈ, ਔਰ ਇਹਦੇ ਉੱਤੇ ਮੈਨੂੰ ਆਬਜੈਕਸ਼ਨ ਲੱਗੂਗਾ ਮੇਰੇ ਤੇ ਮੈਂ ਦੂਸਰੀ ਫੈਮਿਲੀ ਨੂੰ ਕਰ ਦੇਣਾ। ਜਾਂ ਇਹਨੇ ਦੋਨੋਂ ਫੈਮਲੀਆਂ ਕੋਲੋਂ ਪੈਸੇ ਲੈਣੇ, ਕੁਝ ਪੈਸੇ ਇਹਨੇ ਇਹਨਾਂ ਦੇ ਉੱਤੇ, ਸੁਖਬੀਰ ਦਾ ਕਮਾਊ ਪੁੱਤਰ ਹੈਗਾ, ਤੇ ਤਾਂ ਕਰਕੇ, ਨਹੀਂ ਤੇ ਸੁਖਬੀਰ ਨੂੰ ਜਿਹਦੇ ਉੱਤੇ ਇੰਨੇ ਬਲੇਮ ਲੱਗੇ, ਇੰਨਾ ਕੁਛ ਹੋਇਆ, ਤੇ ਉਹਨੂੰ ਫਿਰ ਕੀ ਇੰਨਾ ਕੁਛ ਹੁੰਦਾ ਜਿਹਦੀ ਪਾਰਟੀ ਦੀ ਬਦਨਾਮੀ ਹੋ ਰਹੀ ਹੈ, ਫਿਰ ਕਿਉਂ ਨਾਲ ਰੱਖਿਆ ਹੋਇਆ। ਪਰ ਇਹ ਤਮਾਮ ਵਿਵਾਦ ਪੈਦਾ ਹੋਏ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਇਹ 'ਤੇ ਚੁੱਪ ਰਹੇ, ਉਹਨਾਂ ਨੇ ਕੋਈ ਰਿਐਕਟ ਨਹੀਂ ਕੀਤਾ, ਨਾ ਸਿਰਸਾ ਵਿਰੁੱਧ ਕਾਰਵਾਈ ਹੋਈ, ਨਾ ਕੋਈ ਹੋਰ ਇਹਨਾਂ ਦਾ ਰਿਐਕਸ਼ਨ ਵੀ ਜਿਹੜਾ ਇਸ ਇਸ਼ੂ ਤੇ ਨਹੀਂ ਆਇਆ। ਉਹਦੇ ਕੀ ਕਾਰਨ ਤੁਹਾਨੂੰ ਲੱਗਦੇ ਨੇ? ਮੈਂ ਤਾਂ ਤੁਹਾਨੂੰ ਪਹਿਲਾਂ ਕਹੀ, ਸੁਖਬੀਰ ਦਾ ਕਮਾਊ ਪੁੱਤ ਹੈ, ਸੁਖਬੀਰ ਨਾਲ ਮਿਲਿਆ ਹੋਇਆ, ਤੇ ਕਿਸ ਤਰ੍ਹਾਂ ਸੁਖਬੀਰ ਕਿੱਥੋਂ ਦੇਗਾ। ਮੈਂ ਤਾਂ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਕਹਿੰਦੀ ਹਾਂ, ਉਂਝ ਤੁਹਾਨੂੰ 50 ਥਾਂ ਮਿਲਦਾ, ਤੁਸੀਂ ਵੀ ਕਿਹੜਾ ਕਿਸੇ ਨੇ ਉਹਦੇ ਕੋਲ ਕੁਐਸਚਨ ਕੀਤਾ, ਤੁਸੀਂ ਵੀ ਕੁਐਸਚਨ ਕਰ ਹੀ ਸਕਦੇ ਸੀ। ਹੁਣ ਤੇ ਮੀਟਿੰਗਾਂ ਕਰਦਾ, ਥਾਂ ਥਾਂ ਜਾਂਦਾ, ਕਿ ਵੀ ਉੱਥੇ ਜਾ ਕੇ ਪੁੱਛਦੇ, ਇਹਨੂੰ ਸਵਾਲ ਕਰਦੇ। ਕਿਸਾਨੀ ਅੰਦੋਲਨ ਦੀ ਜਦੋਂ ਗੱਲਬਾਤ ਆ ਜਾਂਦੀ ਹੈਗੀ ਨਾਲੋਂ ਨਾਲ, ਤਾਂ ਉਹਦੇ 'ਚ ਦਿੱਲੀ ਕਮੇਟੀ ਦੀ ਭੂਮਿਕਾ ਵੀ ਜਿਹੜੀ ਆਉਂਦੀ ਹੈ ਸਾਹਮਣੇ, ਕਿਉਂਕਿ ਸਭ ਤੋਂ ਪਹਿਲਾਂ ਜਦੋਂ 3 ਖੇਤੀ ਆਰਡੀਨੈਂਸ ਆਏ ਨੇ, ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਹਦੀ ਹਮਾਇਤ ਵੀ ਕੀਤੀ ਗਈ, ਵੱਡੇ ਬਾਦਲ ਸਾਹਿਬ ਵੱਲੋਂ ਵੀ ਵੀਡੀਓ ਪਾਈ ਗਈ। ਪਰ ਬਾਅਦ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਦਾ ਉਬਾਲ ਪੰਜਾਬ ਦੇ ਵਿੱਚ ਆਇਆ, ਤਾਂ ਫਿਰ ਉਹਦੇ ਬਾਅਦ ਅਕਾਲੀ ਦਲ ਨੇ ਵੀ ਆਪਣਾ ਸਟੈਂਡ ਜਿਹੜਾ ਬਦਲਿਆ, ਅਸਤੀਫਾ ਵੀ ਦਿੱਤਾ, ਗੱਠਜੋੜ ਵੀ ਤੋੜਿਆ, ਤੇ ਇਹਦੇ ਬਾਅਦ ਦਿੱਲੀ ਕਮੇਟੀ ਵੀ ਕਾਫੀ ਸਰਗਰਮ ਦਿਖਾਈ ਦਿੱਤੀ। ਤਾਂ ਦਿੱਲੀ ਕਮੇਟੀ ਦੇ ਪ੍ਰਧਾਨ ਵੱਲੋਂ ਜ਼ਮਾਨਤਾਂ ਕਰਾਉਣ ਦੀ ਗੱਲ ਕੀਤੀ ਗਈ, ਨੌਜਵਾਨਾਂ ਦੀ ਲੰਗਰ ਵਿਵਸਥਾ ਦੀ ਗੱਲਬਾਤ ਕੀਤੀ ਗਈ, ਅਤੇ ਇਹ ਵੀ ਸਾਫ਼ ਤੌਰ 'ਤੇ ਕਿਹਾ ਗਿਆ ਕਿ ਅਸੀਂ ਇਹ ਲੜਾਈ ਲੜਾਂਗੇ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਸਾਨੀ ਦਰਦ ਦੇ ਵਿੱਚੋਂ ਨਿਕਲੀ ਹੋਈ ਅਪੀਲ ਸੀ, ਜਾਂ ਇਹਦੇ ਕੋਈ ਸਿਆਸੀ ਜਾਂ ਧਾਰਮਿਕ ਚੋਣਾਂ 'ਚ ਫਾਇਦੇ ਦੇ ਕਾਰਨ ਵੀ ਹੋ ਸਕਦੇ ਸੀ? ਦੇਖੋ, ਇਹਨਾਂ ਨੂੰ ਤਾਂ ਦੋਨੋਂ, ਇਹਨਾਂ ਨੂੰ ਸਿਆਸੀ ਵੀ ਫਾਇਦਾ ਸੀ, ਧਾਰਮਿਕ ਵੀ ਇਹਨਾਂ ਨੂੰ ਹੈ। ਧਾਰਮਿਕ ਦਾ ਤਾਂ ਕੀ ਸੀ, ਇਹਨਾਂ ਨੂੰ ਇਹ ਸੀ ਕਿ ਵੀ ਸਿਰਫ ਸਾਡੀ ਸਿਰਸਨ ਤੋਂ ਬਹੁਤਾ ਇਹ ਹੁੰਦਾ ਕਿ ਲਾਈਮਲਾਈਟ ਹੋਣਾ, ਕਦੇ ਮੇਰਾ ਹੋਵੇ, ਕਦੇ ਮੈਂ ਆਪਣੇ ਆਪ ਨੂੰ ਵੱਡਾ ਗਿਣਿਆ ਜਾਵਾਂ। ਇਹਨਾਂ ਨੇ ਕੀ ਕੀਤਾ ਕਿ ਵੀ ਜਿਹੜਾ ਇਹਨਾਂ ਦੇ ਜਿਹੜੀਆਂ ਬੇਲ ਦੀਆਂ ਗੱਲਾਂ, ਬੇਲ ਸੀ ਹੈਗੇ, ਕੋਈ ਜ਼ਮਾਨਤਾਂ ਸੀ ਕਰਾਈਆਂ, ਉਹਦੇ ਬਾਅਦ ਤੇ ਰਾਜੇਵਾਲ ਨੇ ਖੁਦ ਬੋਲਿਆ, ਰਾਜੇਵਾਲ ਨੇ ਤੇ ਆਪ ਮਨਾ ਕੀਤਾ, ਕਹਿੰਦੇ ਵੀ ਅਸੀਂ ਖੁਦ ਕਰਾਈਆਂ, ਸਿਰਸਾ ਝੂਠ ਬੋਲ ਰਿਹਾ। ਦੂਸਰੀ ਗੱਲ ਹੈਗੀ ਆ ਕਿ ਬਈ ਜਿਹੜਾ ਕਿ ਬਈ ਲੰਗਰ ਲਗਾਇਆ, ਲੰਗਰ ਲਗਾ ਲਿਆ, ਫਿਰ ਕੀ ਹੋ ਗਿਆ ਜੇ ਲੰਗਰ ਲਗਾਤਾ? ਉੱਥੇ ਸਿੱਖ ਬਥੇਰੇ ਥਾਂ ਲੰਗਰ ਲਗਾਉਣੇ ਪੈਂਦੇ ਨੇ, ਪੈਸਾ ਘੱਟ ਲੈਂਦੇ, ਇਕੱਠਾ ਕਰਦੇ ਨੇ, ਸੰਗਤ ਬਹੁਤ ਦਿੰਦੀ ਆ। ਜੇ ਲੰਗਰ ਲਗਾ ਕੇ ਬੜੇ ਇਹਨਾਂ ਨੇ ਉੱਥੇ ਪਕਵਾਨ ਲਿਆ, ਦਾਲ ਰੋਟੀ ਲਾਈ ਸੀ ਇਹਨਾਂ ਨੇ। ਤੇ ਨਾਲੋਂ ਨਾਲ ਜਿਹੜੇ ਹੁਣ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਤੋਂ ਬਾਅਦ ਜਨਰਲ ਹਾਊਸ ਦੀ ਮੀਟਿੰਗ ਹਲੇ ਹੋਣੀ ਹੈ, ਪ੍ਰਧਾਨ ਚੁਣਨਾ ਹੈ, ਪਰ ਦਲ ਬਦਲੀਆਂ ਜਿਹੜੀਆਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਨੇ। ਸੁਖਬੀਰ ਸਿੰਘ ਜਿਹੜੇ ਨੇ ਉਹ ਆਏ ਨੇ ਇਹਨਾਂ ਦੇ ਵਿੱਚ, ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ। ਤਾਂ ਉਹਦੇ ਬਾਅਦ ਅਕਾਲੀ ਦਲ ਬਾਦਲ ਇਹ ਕਹਿ ਰਿਹਾ ਕਿ ਇਹਨਾਂ ਨੇ ਸਾਨੂੰ ਪਹਿਲਾਂ ਹੀ ਭਰੋਸਾ ਦਿੱਤਾ ਸੀ ਕਿ ਤੁਸੀਂ ਸੇਵਾ ਬਹੁਤ ਵਧੀਆ ਕੀਤੀ ਹੈ, ਪ੍ਰਬੰਧ ਬਹੁਤ ਵਧੀਆ ਢੰਗ ਦੇ ਨਾਲ ਚਲਾਏ ਹੈ, ਪਰ ਸਰਨਾ ਸਾਹਿਬ ਦੇ ਨਾਲ ਮੇਰੀ ਕਮਿਟਮੈਂਟ ਹੈ, ਚੋਣਾਂ ਤੋਂ ਬਾਅਦ ਮੈਂ ਤੁਹਾਡੇ ਨਾਲ ਆਵਾਂਗਾ। ਪਰ ਦੂਜੇ ਪਾਸੇ ਸਰਨਾ ਧੜਾ ਜਿਹੜਾ ਹੈ ਉਹ ਖਰੀਦੋ ਫਰੋਖਤ ਦੇ ਇਲਜ਼ਾਮ ਲਾ ਰਿਹਾ। ਤਾਂ ਜਿਹੜੀਆਂ ਦਲ ਬਦਲੀਆਂ ਹੋਣ ਲੱਗੀਆਂ ਨੇ, ਇਹਦੇ ਬਾਰੇ ਕੀ ਕਹੋਗੇ? ਉਹ ਤਾਂ ਸ਼ੁਰੂ ਤੋਂ ਹੀ ਹੁੰਦੀਆਂ ਨੇ, ਅੱਜ ਦੇ ਨਹੀਂ। ਮੈਂ ਤੇ ਅਸੀਂ ਤਾਂ ਬਹੁਤ ਚਿਰ ਦਾ ਦੇਖ ਰਿਹਾ, ਇਹੀ ਹੈ ਕਦੇ ਇੱਦਾਂ ਹੁੰਦੀਆਂ ਰਹਿੰਦੀਆਂ, ਕੋਈ ਪਹਿਲੀ ਦਫਾ ਨਹੀਂ ਹੋ ਰਿਹਾ। ਬਾਕੀ ਜੇ ਕੋ ਬਈ ਇਹਨਾਂ ਨੇ ਕੀਤਾ, ਪਹਿਲਾਂ ਜਿਹੜੇ ਜਿਸ ਵੇਲੇ ਫੋਟੋ ਨਹੀਂ ਲੱਗੀ ਉਦੋਂ ਮਨਜੀਤ ਨੇ ਵੇਲੇ, ਤੇ ਉਦੋਂ ਕਾਫੀ ਇਹਨਾਂ ਦੀਆਂ ਸੀਟਾਂ, ਹੁਣ ਤੇ ਇਹਨਾਂ ਕੋਲ ਮੁਸ਼ਕਿਲ 27-28 ਆਈਆਂ ਨੇ। ਤੇ ਜੇ ਉਸ ਤੋਂ ਵਿੱਚ 2 ਮੈਂਬਰ ਜਿਹੜੇ ਧੋਖੇ ਨਾਲ ਜਣੇ ਬਣੇ, ਜੇ ਉਹ ਵੀ ਨਿਕਲ ਜਾਂਦੇ ਤਾਂ ਫਿਰ ਇਹਨਾਂ ਕੋਲ 25 ਰਹਿ ਜਾਣਗੇ। ਤੇ ਪਹਿਲੇ ਨਾਲੋਂ ਤਾਂ ਇਹਨਾਂ ਦਾ ਮਿਆਰ ਥੱਲੇ ਡਿੱਗਿਆ ਹੀ ਆ। ਇਹ ਕਾਹਦੀ ਜਿੱਤ ਹੈ ਅਸਲ ਵਿੱਚ? ਤੇ ਜਿਹੜੀਆਂ ਇਲੈਕਸ਼ਨਾਂ ਨੇ, ਮੇਰੇ ਵੱਲੋਂ ਮੇਰਾ ਜਿਹੜਾ ਓਪੀਨੀਅਨ ਹੈ ਨਾ, ਇਹ ਇਲੈਕਟਡ ਨਹੀਂ ਹੋਣੇ ਚਾਹੀਦੇ, ਸਿਲੈਕਟਡ ਮੈਂਬਰ ਹੋਣੇ ਚਾਹੀਦੇ, ਜਿਨ੍ਹਾਂ ਨੂੰ ਪਬਲਿਕ ਸਿਲੈਕਟ ਕਰਕੇ ਭੇਜੇ, ਉਹ ਹੋਣਾ ਚਾਹੀਦਾ, ਇਲੈਕਟਡ ਨਹੀਂ ਹੋਣੇ ਚਾਹੀਦੇ। ਇਲੈਕਟਡ ਤੇ ਇਹ ਹੁੰਦਾ ਪੈਸੇ ਦੇ ਕੇ ਦੇਤੇ, ਸ਼ਰਾਬਾਂ ਦੇਤੀਆਂ। ਤੁਸੀਂ ਇਹ ਦੇਖੋ, ਜਿਸ ਤਰ੍ਹਾਂ ਆਪਣੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੁੰਦੀਆਂ, ਲੋਕ ਸਭਾ ਚੋਣਾਂ ਹੁੰਦੀਆਂ, ਉਦੋਂ ਬੜਾ ਕੁਛ ਅਸੀਂ ਜਿਹੜੇ ਲੀਡਰ ਬੋਲਦੇ ਨੇ, ਅਸੀਂ ਤੁਹਾਨੂੰ ਇਹ ਦੇਵਾਂਗੇ। ਜਿਸ ਤਰ੍ਹਾਂ ਹੁਣ ਆਂਦਾ ਜੀ, ਕੋਈ ਕਹਿੰਦਾ ਅਸੀਂ 2 ਰੁਪਏ ਕਿਲੋ ਚੌਲ ਦਾਂਗੇ, ਫਲਾਣਾ ਕਰ, ਬਿਜਲੀ ਮਾਫ ਕਰਾਂਗੇ। ਸੇਮ ਉੱਥੇ ਵੀ ਚੱਲਦਾ ਇਹੀ ਗੱਲ, ਕਹਿੰਦਾ ਅਸੀਂ ਬੱਚਿਆਂ ਨੂੰ ਫ੍ਰੀ ਪੜ੍ਹਾਵਾਂਗੇ। ਜਿਹੜਾ ਕੀਤਾ ਉਸ ਤੋਂ ਬਾਅਦ ਹੈ ਜੀ, ਜਿਹੜੇ ਕਰੋਨਾ ਦੇ ਜਿਹੜੇ ਮਾਰੇ ਗਏ ਨੇ, ਅਸੀਂ ਉਹਨਾਂ ਦੇ ਫੈਮਲੀਆਂ ਨੂੰ ਰਾਸ਼ਨ ਦੇਵਾਂਗੇ। ਕਿੰਨਾ ਕੁਛ ਉਹਨਾਂ ਨੇ ਬੋਲਿਆ, ਤੇ ਉਸ ਹਿਸਾਬ 'ਤੇ ਆ।
ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੋਟਰਾਂ ਦੀ ਖਰੀਦੋ ਫਰੋਖਤ ਕੀਤੀ ਜਾਂਦੀ ਹੈ, ਨਸ਼ੇ ਵਗੈਰਾ ਵੰਡੇ ਜਾਂਦੇ ਨੇ। ਸ਼ਰੇਆਮ ਨਸ਼ਾ ਫੜੇ ਨਹੀਂ ਗਏ। ਤੁਸੀਂ ਇਹ ਹਿਸਾਬ ਲਗਾ ਲਓ ਕਿ ਤੁਸੀਂ ਇੱਥੇ ਦੇਖ ਲਓ ਉਹਨਾਂ ਦਾ ਡਬਲ ਸਟੈਂਡਰਡ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ। ਅਸੀਂ ਕੰਪਲੇਂਟ ਕੀਤੀ, ਕਈਆਂ ਨੇ ਹੋਰ ਵੀ ਕੰਪਲੇਂਟ ਕੀਤੀ ਕਿ ਜਦੋਂ ਸਿਰਸੇ ਨੇ ਔਰ ਪ੍ਰਧਾਨ ਸਕੱਤਰ ਦੇ ਉੱਤੇ ਲੱਗਿਆ ਕਿ ਜਦੋਂ ਰਕਾਬਗੰਜ ਗੁਰਦੁਆਰੇ ਜਿਹੜਾ ਕੋਵਿਡ ਸੈਂਟਰ ਬਣਿਆ ਉੱਥੇ ਗਾਣੇ ਹੋਏ, ਉਹਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ। ਜਦੋਂ ਨਾਨਕ ਮਤੇ 'ਤੇ ਤਰਸੇਮ ਸਿੰਘ ਬਾਬਾ ਤਰਸੇਮ ਸੋਹਣੇ ਉੱਥੇ ਗਾਣਾ ਉਹਦੇ 'ਤੇ ਕੀਤਾ, ਉਹਦੇ ਉੱਤੇ ਤੁਰੰਤ ਹੋ ਗਿਆ, ਲੇਕਿਨ ਸਿਰਸੇ 'ਤੇ ਕਿਉਂ ਨਹੀਂ ਹੋ, ਸਿਰਸੇ 'ਤੇ ਅੱਜ ਤੱਕ ਨਹੀਂ ਹੋਇਆ। ਹੋਰ ਇਹਦੇ ਵਿੱਚ ਇੱਕ ਗੱਲ ਹੋਰ ਤੁਹਾਨੂੰ ਦਿਲਚਸਪ ਗੱਲ ਦੱਸਾਂ, ਤੁਹਾਨੂੰ ਸ਼ਾਇਦ ਪਤਾ ਨਹੀਂ ਹੋਏਗਾ, ਰੋਣੀ ਤੋਂ ਹੀ ਜਿਹੜੇ ਹੁਣ ਮਿਲੇ ਸਰਬਜੀਤ ਸਿੰਘ ਵੀਰ, ਜਿਹੜੇ ਪਿਛਲੀ ਵਾਰੀ ਕੌਪਸ 'ਤੇ ਆਏ ਸੀ, ਉਹਨਾਂ ਦੀ ਵੀਡੀਓ ਦੇਖੋ, ਕਿਤੇ ਨੈੱਟ 'ਤੇ ਪਈ ਹੋਏਗੀ। ਉਹਨਾਂ ਨੇ ਜਿੱਤ ਦੇ ਜਸ਼ਨ ਮਨਾਇਆ, ਜਿਹੜਾ ਵਾਹਿਗੁਰੂ ਵਾਹਿਗੁਰੂ ਕਰੇ ਉਹਦੇ ਉੱਤੇ ਉਹ ਡਾਂਸ ਕਰ ਰਿਹਾ, ਉਹਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ। ਫਿਰ ਨਸ਼ੇ ਦੀ ਗੱਲ ਕਰ ਰਹੇ ਹੋ ਤੁਸੀਂ, ਪਰਮਜੀਤ ਸਿੰਘ ਚੰਡੋਕ ਜਿਹੜੇ ਮੈਂਬਰ ਨੇ, ਜਿਹੜੇ ਜਿੱਤੇ ਵੀ ਆ, ਪਰਮਜੀਤ ਸਿੰਘ ਚੰਡੋਕ, ਜਿਹੜੇ ਪਹਿਲਾਂ ਵੀ ਉਹਨਾਂ ਤੋਂ ਬਾਅਦ ਉਹ ਹੋਇਆ ਸੀ ਕਿ ਵੀ ਉਹ ਬੀਅਰ ਦੀ ਬੋਤਲ ਲੈਂਦੇ, ਫੜੇ ਗਏ ਕਿਸੇ ਠੇਕੇ ਤੋਂ, ਬੜੀ ਉਹਦਾ ਸੋਸ਼ਲ ਮੀਡੀਆ 'ਤੇ ਪਿਆ ਸੀ। ਹੁਣ ਇਲੈਕਸ਼ਨਾਂ ਦੇ ਵੇਲੇ ਵੀ ਉਹਨਾਂ ਦੀਆਂ ਬੋਤਲਾਂ ਕਾਫੀਆਂ ਪੜੀਆਂ ਸੋਸ਼ਲ ਮੀਡੀਆ 'ਤੇ, ਕੰਪਲੇਂਟ ਵੀ ਹੋਈ ਆ। ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਇਹ ਮੈਂਬਰ ਜਿੱਤ ਕੇ ਜਾਂਦੇ, ਉਹਨਾਂ ਨੂੰ ਜਾਂਦੇ ਅਤੇ ਉਹਨਾਂ ਨੂੰ ਵਧਾਈ ਦਾ ਪਾਤਰ, ਉਹਨਾਂ ਨੂੰ ਸਰੋਪੇ ਦੇ ਰਹੇ ਨੇ। ਇਹਨਾਂ ਵਾਸਤੇ ਕੰਮ ਕਰਦੇ ਨੇ, ਇਹਨਾਂ ਦੀ ਪਾਰਟੀ ਲਈ ਜੇ ਕੋਈ ਕਰਦੇ ਨੇ ਤਾਂ ਇਹ ਉਹਨਾਂ ਨੂੰ ਸਰੋਪੇ ਦਿੰਦੇ ਨੇ। ਜੋ ਗਲਤੀਆਂ ਕਰਦੇ ਨੇ ਤਾਂ ਉਹਨਾਂ ਦੀਆਂ ਐਪਲੀਕੇਸ਼ਨਾਂ, ਜਿਹੜੀ ਕੰਪਲੇਂਟਾਂ ਪੈਂਡਿੰਗ ਰੱਖ ਦਿੰਦੇ ਨੇ, ਉਹਦੇ ਉੱਤੇ ਕੋਈ ਸੁਣਵਾਈ ਨਹੀਂ ਕਰਦੇ। ਦੂਸਰਾ ਬੰਦਾ ਕਰਦਾ ਤੇ ਉਹਨਾਂ ਨੂੰ ਤੁਰੰਤ ਬੁਲਾ ਕੇ ਉਹਨਾਂ ਨੂੰ ਤਨਖਾਹੀਆ ਕਰਾਰਦੇ, ਉਹਨਾਂ ਨੂੰ ਸਜ਼ਾਵਾਂ ਲਾਉਂਦੇ ਨੇ। ਉਹਨਾਂ ਵਾਸਤੇ ਫੱਟ ਇਹਨਾਂ ਦਾ ਹੋ ਜਾਂਦਾ, ਦੂਸਰਿਆਂ ਵਾਸਤੇ ਨਹੀਂ ਇਹਨਾਂ ਦਾ ਹੁੰਦਾ। ਇਹ ਬੜੇ ਮਨ ਨੂੰ ਠੇਸ ਪਹੁੰਚਾਉਣ ਵਾਲੇ ਦੋਸ਼ ਨੇ ਕਿ ਜੇਕਰ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਐਸਾ ਕੁਝ ਹੁੰਦਾ ਹੈ, ਪਰ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਕਿਹਾ ਜਾਂਦਾ ਹੈ। ਜੇਕਰ ਇੰਨੀ ਪੈਸੇ ਦੀ ਦੁਰਵਰਤੋਂ ਦਿੱਲੀ ਕਮੇਟੀ ਦੀਆਂ ਚੋਣਾਂ 'ਚ ਹੁੰਦੀ ਹੈ ਤਾਂ ਕੀ ਉਹ ਗੋਲਕ ਦੇ ਵਿੱਚੋਂ ਹੁੰਦੀ ਹੈ ਜਾਂ ਫਿਰ ਆਪਣੀਆਂ ਨਿੱਜੀ ਜੇਬਾਂ ਦੇ ਵਿੱਚੋਂ ਜਿਹੜੇ ਮੈਂਬਰ ਖੜੇ ਹੁੰਦੇ ਨੇ ਉਹਨਾਂ ਵੱਲੋਂ ਕੀਤਾ ਜਾਂਦਾ? ਨਹੀਂ, ਨਿੱਜੀ ਤਾਂ ਨਹੀਂ ਹੁੰਦਾ, ਉੱਥੇ ਗੁਰਦੁਆਰੇ ਦੇ ਵਿੱਚੋਂ ਕਰਦੇ ਨੇ। ਮੈਂ ਤਾਂ ਦੇਖਿਆ ਇਹਨਾਂ ਦਾ, ਇਹ ਤਾਂ ਗੁਰਦੁਆਰੇ ਦੇ ਸੇਵਾ, ਜਦੋਂ ਇਹਨਾਂ ਦੀਆਂ ਇਲੈਕਸ਼ਨਾਂ ਦੀਆਂ ਡਿਊਟੀਆਂ ਹੁੰਦੀਆਂ ਨੇ ਅਤੇ ਉੱਥੋਂ ਸੇਵਾਦਾਰ ਜਾਂਦੇ ਆ, ਉੱਥੇ ਇਹਨਾਂ ਦੇ ਲਈ ਕੰਮ ਕਰਦੇ। ਈਵਨ ਇੱਥੇ ਤਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਿਹੜੇ ਮੈਂਬਰ, ਜਿਹੜੇ MC ਦੀਆਂ ਇਲੈਕਸ਼ਨਾਂ ਲੜਦੇ ਨੇ, MLA ਦੀਆਂ ਇਲੈਕਸ਼ਨਾਂ ਲੜਦੇ, ਉਹਨਾਂ ਵਾਸਤੇ ਵੀ ਇਹਨਾਂ ਦੇ ਕੋਲੋਂ ਕਮੇਟੀ ਦੇ ਹੀ ਵਰਕਰ ਜਾਂਦੇ ਨੇ, ਇਹਨਾਂ ਲਈ ਕੰਮ ਕਰਦੇ ਨੇ, ਅਤੇ ਤਨਖਾਹਾਂ ਸਰਕਾਰਾਂ ਆਪਣੀ ਕਮੇਟੀ ਦਿੰਦੀ ਹੈ। ਯਾਨੀ ਕਿ ਸਿਆਸੀ ਚੋਣਾਂ ਦੇ ਲਈ ਵੀ ਕਮੇਟੀ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾਂਦੀ? ਬਿਲਕੁਲ। ਜਿਹੜੇ ਬੰਦੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ, ਜਿਹੜੇ ਚਾਹੇ MLA ਦੀਆਂ ਚੋਣਾਂ ਲੜਦੇ ਨੇ, ਚਾਹੇ ਕੌਂਸਲਰ ਦੀਆਂ ਚੋਣਾਂ ਲੜਦੇ ਨੇ, ਔਰ ਜਿਹੜੀ ਪਾਰਟੀ ਉੱਥੇ ਮੌਜੂਦਾ ਜਿਹੜੀ ਉਸ ਵੇਲੇ ਹੁੰਦੀ ਹੈ, ਉਹਨਾਂ ਦੇ ਅਤੇ ਉਹਨਾਂ ਦਾ ਖਰਚਾ ਸਾਰਾ ਉਹ ਕਮੇਟੀ 'ਚ ਹੀ ਜਾਂਦਾ। ਤੇ ਨਾਲੋਂ ਨਾਲ ਇੱਕ ਮਸਲਾ ਹੋਰ ਹੈ ਬੀਬੀ ਜੀ, ਕਿ ਕਿਸੇ ਵੀ ਕੌਮ ਦੇ ਲਈ ਜਿਹੜਾ ਹੈਗਾ ਐਜੂਕੇਟ ਹੋਣਾ ਬਹੁਤ ਜ਼ਰੂਰੀ ਹੁੰਦਾ ਗਾ। ਤਾਂ ਦਿੱਲੀ ਕਮੇਟੀ ਦਾ ਗੁਰੂ ਹਰਕ੍ਰਿਸ਼ਨ ਸਕੂਲ ਵੀ ਹੈ, ਇੱਕ ਸਕੂਲ ਹੋਰ ਵੀ ਹੈ, ਤਾਂ ਪਰ ਇਹ ਸਕੂਲਾਂ ਦੇ ਵਿੱਚ ਅਧਿਆਪਕਾਂ ਦੀਆਂ ਤਨਖਾਹਾਂ ਦਾ ਮਸਲਾ ਰਹਿੰਦਾ ਗਾ ਕਿ ਗੁਰੂ ਘਰ ਦੀ ਕਮੇਟੀ ਕੋਈ ਘਾਟੇ 'ਚ ਕਿਸ ਤਰ੍ਹਾਂ ਹੋ ਸਕਦੀ ਹੈ, ਜਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਇੰਨੀ ਮੁਤਾਜ ਕਿਸ ਤਰ੍ਹਾਂ ਹੋ ਸਕਦੀ ਹੈ ਵੀ ਉਹ ਟੀਚਰਾਂ ਦੀਆਂ ਤਨਖਾਹਾਂ ਹੀ ਜਿਹੜੀਆਂ ਸਮੇਂ ਸਿਰ ਨਾ ਦੇ ਸਕੇ। ਤੇ ਇਹ ਵੀ ਦੋਸ਼ ਲੱਗਦੇ ਨੇ ਕਿ ਇਹ ਘਟੀਆ ਪ੍ਰਬੰਧਾਂ ਦੇ ਚੱਲਦਿਆਂ, ਅਧਿਆਪਕਾਂ ਦੀ ਪ੍ਰੋਟੈਸਟ ਦੇ ਚੱਲਦਿਆਂ ਬੱਚਿਆਂ ਦੀ ਗਿਣਤੀ ਵੀ ਘਟੀ ਹੈ ਸਕੂਲਾਂ ਦੇ ਵਿੱਚ, ਪਰ ਉਹ ਦੱਸੀ ਨਹੀਂ ਜਾ ਰਹੀ, ਉਹ ਲੁਕੋਈ ਜਾ ਰਹੀ ਹੈ। ਇਹਦੇ ਵਿੱਚ ਦੋ ਹੈਗੇ ਰਾਏ ਨੇ ਇਹਦੇ 'ਚ। ਇੱਕ ਤਾਂ ਇਹ ਹੈ ਕਿ ਵੀ ਜਿਹੜਾ ਉੱਥੇ ਪੈਸਾ, ਦੇਖੋ ਪੈਸਾ ਇਕੱਠਾ ਕਰਕੇ, ਜਿਹੜਾ ਸਰਨਾ ਸਾਹਿਬ ਕਹਿੰਦੇ ਨੇ ਕਿ ਮੈਂ ਇੰਨੀ FD ਛੱਡ ਗਿਆ ਸੀ, FD ਤੋਂ ਛੱਡ ਗਏ ਸੀ, ਪਰ 6 ਪੇ ਕਮਿਸ਼ਨ ਜਿਹੜਾ ਹੈਗਾ ਸੀ, 6 ਪੇ ਕਮਿਸ਼ਨ ਦੇ ਜਿਹੜੀ ਉਹ ਸਰਕਾਰ ਨੇ ਜਿਹੜਾ ਕਿ ਅਸੀਂ ਪੇ ਕਰਨਾ, ਉਹ ਸਰਨਾ ਸਾਹਿਬ ਨੇ ਪੇ ਨਹੀਂ ਕੀਤਾ ਸੀ। ਇੱਕ ਕਮੇਟੀ ਨੂੰ ਉਹ ਵੀ ਬੋਝ ਪੈ ਗਿਆ ਸੀ, ਉੱਥੋਂ ਉਹ ਦੇਣਾ ਸੀ। ਦੂਸਰਾ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਕੀ ਕੀਤਾ, ਇਸ ਪੈਸਿਆਂ ਦੇ ਵਿੱਚੋਂ ਇਹ ਆਪਣੀ ਪਾਰਟੀ ਨੂੰ ਵੀ ਦਿੰਦੇ ਨੇ, ਪਾਰਟੀ ਫੰਡ ਵੀ ਵਿੱਚੋਂ ਕੱਢਦੇ ਨੇ। ਜਿਹੜੇ ਆਪਣੀਆਂ ਇਲੈਕਸ਼ਨਾਂ ਲੜਨੀਆਂ ਹੁੰਦੇ MLA ਦੀਆਂ, MC ਦੀਆਂ, ਵਿੱਚੋਂ ਇਹਨਾਂ ਦੇ ਬਣੇ ਮੈਂਬਰ, ਉਹਦੇ ਵੀ ਉਹਨਾਂ ਨੂੰ ਖਰਚੇ ਉੱਥੋਂ ਕੱਢਦੇ ਨੇ। ਫਿਰ ਇਹਨਾਂ ਨੇ ਜਿਹੜੇ ਬੈਨਰ ਬੁਨਰ ਬਣਾਉਣੇ ਹੁੰਦੇ ਨੇ, ਜਿਹੜੀ ਭਾਈਵਾਲ ਪਾਰਟੀਆਂ ਹੁੰਦੀਆਂ ਨੇ, ਜੇ ਉਹਨਾਂ ਨੂੰ ਕਹਿੰਦੇ ਨੇ, ਉਹ ਵੀ ਇਹਦੇ ਵਿੱਚੋਂ ਆਪਣੀ ਜੇਬ 'ਚੋਂ ਨਹੀਂ ਖਰਚਦੇ, ਇੱਥੋਂ ਹੀ ਨਿਕਲਦੇ ਨੇ, ਉਹ ਬੋਝ ਪੈ ਜਾਂਦਾ। ਫਿਰ ਇਹਨਾਂ ਦੇ ਆਪਣੇ ਨਿੱਜੀ ਵੀ ਸਵਾਰਥ ਹੁੰਦੇ ਨੇ, ਉਹ ਵੀ ਇੱਥੋਂ ਹੀ ਕੰਪਲੀਟ ਕਰਦੇ ਨੇ।
ਮੈਂ ਸਿੱਧੇ ਸਟੇਟਵੇ ਕਹਾ ਕਿ ਵੀ ਇਹ ਉਹਦੇ ਉੱਤੇ ਬੋਝ ਇੰਨਾ ਪਾ ਦਿੰਦੇ ਆ ਨਾ ਕਿ ਟੀਚਰਾਂ ਦੀਆਂ ਜਿਹੜੀਆਂ ਫੀਸਾਂ ਦੇਣੀਆਂ ਪੈਂਡਿੰਗ ਰਹਿ ਜਾਂਦੀਆਂ ਨੇ। ਇਹ ਸੱਚ, ਸੰਗਤ ਬਹੁਤ ਪੈਸਾ ਦਿੰਦੀ ਆ। ਹੁਣ ਇਹਨਾਂ ਨੇ ਆਪਣੀ ਪਬਲਿਸਿਟੀ ਵਾਸਤੇ ਹੀ ਇਹ ਮੀਡੀਆ ਨੂੰ ਬਹੁਤ ਪੈਸਾ ਦਿੰਦੇ ਰਹੇ ਆ। ਇਹਨਾਂ ਨੇ ਰੱਖੇ ਸੀ ਪੇਡ, ਇਹਨਾਂ ਨੇ EMPLOYE ਰੱਖੇ ਹੋਏ ਸੀ, ਤੇ ਫਿਰ ਤੇ ਬੋਝ ਤੇ ਪੈਣਾ ਹੀ ਸੀ ਉਹਦੇ ਤੇ। ਮਨਜਿੰਦਰ ਸਿੰਘ ਸਿਰਸਾ ਐਕਟਿਵ ਬਹੁਤ ਰਹਿੰਦੇ ਨੇ ਮੀਡੀਆ ਦੇ ਵਿੱਚ ਵੀ, ਅਤੇ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਵੀ ਉਹਨਾਂ ਨੇ ਟੀਮ ਵਗੈਰਾ ਵੀ ਜਿਹੜੀ ਉਹ ਰੱਖੀ ਹੋਈ ਹੈ। ਤਾਂ ਉਹ ਨਿੱਜੀ ਖਰਚੇ ਤੇ ਚੱਲਦੀ ਹੈ ਜਾਂ ਉਹ ਵੀ ਦਿੱਲੀ ਕਮੇਟੀ ਦੇ ਖਰਚੇ ਤੇ ਜਿਹੜੀ ਉਹ ਟੀਮ ਤਮਾਮ ਕੰਮਕਾਜ ਕਰਦੀ ਹੈ? ਉਹ ਦਿੱਲੀ ਕਮੇਟੀ ਦੇ ਖਰਚੇ ਤੇ। ਮਨਜਿੰਦਰ ਸਿੰਘ ਸਿਰਸਾ ਤਾਂ ਖੁਦ MLA ਦੀ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ, ਉਹਨਾਂ ਦੇ ਜਿਹੜੇ ਇੱਥੇ ਕੰਪਿਊਟਰ ਤੇ ਜਿਹੜੇ ਕੰਪਿਊਟਰ ਇੱਥੋਂ ਜਾਂਦੇ ਨੇ, ਜਿਹੜੇ ਉੱਥੇ ਮੁੰਡੇ ਕੰਮ ਕਰਦੇ ਨੇ ਉਹ ਵੀ ਇੱਥੋਂ ਹੀ ਜਾਂਦੇ ਨੇ। ਉਹਨਾਂ ਦੀ ਵਾਈਫ ਜਦੋਂ ਕਾਉਂਸਲਰ ਦੇ ਇਲੈਕਸ਼ਨਾਂ 'ਚ ਖੜੇ ਹੁੰਦੇ ਤਾਂ ਵੀ ਇੱਥੋਂ ਹੀ ਜਾਂਦੇ ਨੇ। ਤੇ ਜੇਬ ਤੋਂ ਉਹ ਬੰਦਾ ਜੇਬ 'ਚੋਂ ਪੈਸਾ ਖਰਚਣ ਵਾਲਾ ਨਹੀਂ। ਹਾਂ, ਇੱਥੋਂ ਕੱਢ ਕੇ ਜੇਬ 'ਚ ਲੈ ਜਾਊਗਾ, ਪਰ ਜੇਬ 'ਚੋਂ ਨਹੀਂ ਕੱਢ ਕੇ ਦਊਗਾ। ਕੇਂਦਰ ਸਰਕਾਰ ਦੀ ਭੂਮਿਕਾ ਕਿੰਨੀ ਕੁ ਰਹਿੰਦੀ ਹੈ? ਕਿਉਂਕਿ ਰਾਜਧਾਨੀ ਦਿੱਲੀ ਦੇ ਵਿੱਚ ਚੋਣਾਂ ਹੁੰਦੀਆਂ ਨੇ, ਬੇਸ਼ੱਕ ਦਿੱਲੀ ਗਵਰਨਮੈਂਟ ਅੰਡਰ ਹੁੰਦੀਆਂ ਨੇ, ਪਰ ਕੇਂਦਰ ਸਰਕਾਰ ਦੀ ਭੂਮਿਕਾ ਨੂੰ ਲੈ ਕੇ ਕਈ ਕਿਸਮ ਦੇ ਦੋਸ਼ ਜਿਹੜੇ ਉਹ ਪਹਿਲਾਂ ਲੱਗਦੇ ਰਹੇ ਨੇ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਭਾਈਵਾਲੀ ਸੀ ਤਾਂ ਉਸ ਸਮੇਂ ਜਿਹੜੀ ਕੇਂਦਰ ਸਰਕਾਰ ਸੀ ਉਹ ਬਾਦਲ ਧੜੇ ਦੀ ਮਦਦ ਉੱਥੇ ਕਰਦੀ ਸੀ। ਸਰਨਾ ਭਰਾਵਾਂ ਤੇ ਦੋਸ਼ ਲੱਗਦੇ ਨੇ ਕਿ ਕਾਂਗਰਸ ਦੀ ਸਰਕਾਰ ਵੇਲੇ ਉਹ ਸੱਤਾ ਦੇ ਵਿੱਚ ਆਉਂਦੇ ਨੇ, ਉਸ ਸਮੇਂ ਜਿਹੜੀ ਕੇਂਦਰ ਦੀ ਸਰਕਾਰ ਉਹ ਮਦਦ ਕਰਦੀ ਹੈ। ਤੇ ਇਸ ਵਾਰ ਜਿੱਤਣ ਤੋਂ ਬਾਅਦ ਅਕਾਲੀ ਦਲ ਵੱਲੋਂ ਇਹ ਕਿਹਾ ਗਿਆ ਕਿ ਭਾਜਪਾ ਵੱਲੋਂ ਮਨਜੀਤ ਸਿੰਘ ਜੀਕੇ ਦੀ ਸਪੋਰਟ ਕੀਤੀ ਗਈ ਸੀ, ਮਨਜੀਤ ਸਿੰਘ ਜੀਕੇ ਨੂੰ ਜਿਹੜੀ ਹਰੀ ਝੰਡੀ ਦਿੱਤੀ ਗਈ ਸੀ, ਪਰ ਫਿਰ ਵੀ ਸੰਗਤਾਂ ਨੇ ਸਾਨੂੰ ਮੌਕਾ ਦਿੱਤਾ ਹੈ। ਤਾਂ ਕੇਂਦਰ ਸਰਕਾਰ ਦੀ ਭੂਮਿਕਾ ਕਿੰਨੀ ਕੁ ਰਹਿੰਦੀ ਹੈ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ? ਦੇਖੋ, ਸਰਕਾਰਾਂ ਮਦਦ ਤੇ ਕਰਦੀਆਂ ਨੇ, ਇਹਦੇ 'ਚ ਕੋਈ ਨਹੀਂ ਹੈਗਾ, ਪਹਿਲਾਂ ਓਪਨਲੀ ਕਰਦੀਆਂ ਸੀ। ਪਰ ਮੈਂ ਇੱਕ ਗੱਲ ਕਹਿੰਦੀ, ਜੇ ਮਨਜੀਤ ਦੀ ਸਪੋਰਟ ਕੀਤੀ ਹੁੰਦੀ ਤੇ ਮਨਜੀਤ ਦੀਆਂ 4 ਸੀਟਾਂ ਨਾ ਆਉਂਦੀਆਂ, 3 ਸੀਟਾਂ ਜ਼ਿਆਦਾ ਹੀ ਆਉਂਦੀਆਂ। ਇਹ ਇੱਕ ਵਹਿਮ ਹੈ ਕਿ ਬਈ ਅਕਾਲੀ ਦਲ ਦੇ ਨਾਲ ਇਹਨਾਂ ਦਾ ਗੱਠਜੋੜ ਨਹੀਂ ਹੈ। ਗੱਠਜੋੜ ਅੰਦਰ ਖਾਤੇ ਹਜੇ ਵੀ ਹੈਗਾ। ਤੂੰ ਇੱਕ ਸਧਾਰਨ ਜਿਹੇ ਬੰਦੇ, ਉਹਨੂੰ ਵੀ ਪਤਾ ਹੈਗਾ ਜਦੋਂ ਬਾਰ-ਬਾਰ ਕਿਸਾਨ ਦੇ ਜਿਹੜਾ ਰਾਜੇਵਾਲ ਹੁਣ ਕਿਸਾਨ ਸੰਯੁਕਤ ਮੋਰਚਾ ਲਿਆ, ਉਹ ਸ਼ਰੇਆਮ ਕਹਿ ਰਿਹਾ ਕਿ ਬਈ ਹਜੇ ਇਲੈਕਸ਼ਨਾਂ ਬਹੁਤ ਦੂਰ ਹੈ, ਜਦ ਤੱਕ ਸਾਡਾ 3 ਕਾਨੂੰਨਾਂ ਦਾ ਨਹੀਂ ਹੁੰਦਾ ਰੱਦ ਹੁੰਦੇ ਤਦ ਤੱਕ ਕੋਈ ਵੀ ਰੈਲੀਆਂ ਨਾ ਕਰੋ, ਚੋਣ ਪ੍ਰਚਾਰ ਨਾ ਕਰੋ। ਅਕਾਲੀ ਦਲ ਨੂੰ ਕੀ ਲੋੜ ਹੈ ਜਾਣ ਦੀ ਹਜੇ ਪ੍ਰਚਾਰ ਕਰਨ ਦੀ? ਹਜੇ ਤਾਂ ਨੇੜੇ ਤੇੜੇ ਵੀ ਨਹੀਂ ਹੈਗੀਆਂ ਇਲੈਕਸ਼ਨਾਂ। ਇਹ ਕਿਉਂ ਕਰਨ ਡੇ ਨੇ? ਇਹ ਸਿਰਫ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਸਤੇ ਕਰ ਰਹੇ ਨੇ ਤਾਂ ਕਿ ਇੱਥੇ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਲੱਗੇ। ਨਹੀਂ, ਪਰ ਇਹ ਗੱਲ ਤਾਂ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਆ ਕਿ ਸਾਡੀਆਂ ਰੈਲੀਆਂ ਦਾ ਵਿਰੋਧ ਕਿਸਾਨ ਕਰ ਰਹੇ ਨੇ, ਇਹਦੇ ਨਾਲ ਮਾਹੌਲ ਖਰਾਬ ਹੋ ਰਿਹਾ। ਤੇ ਭਾਜਪਾ ਤਾਂ ਇਹ ਕੁਝ ਚਾਹੁੰਦੀ ਆ ਵੀ ਸਾਡੀਆਂ ਰੈਲੀਆਂ ਦਾ ਕਿਸਾਨ ਵਿਰੋਧ ਕਰਨ ਤੇ ਉਹਨਾਂ ਨੂੰ ਮੌਕਾ ਮਿਲੇ ਰਾਸ਼ਟਰਪਤੀ ਰਾਜ ਲਾਉਣ ਦਾ। ਮੈਨੂੰ ਇਹ ਦੱਸੋ, ਦਿੱਲੀ 'ਚ ਭਾਜਪਾ ਦਾ ਗੱਠਜੋੜ ਹਾਥੀ ਦੇ ਨਾਲ ਹੈ, ਪੰਜਾਬ 'ਚ ਹਾਥੀ ਦੇ ਨਾਲ ਗੱਠਜੋੜ ਅਕਾਲੀ ਦਲ ਦਾ ਹੈ। ਕਿਤੇ ਇਹਨਾਂ ਨੂੰ ਲੋੜ ਪੈਂਦੀ ਹੈ ਗੱਠਜੋੜ ਹੁੰਦਾ, ਅੰਦਰ ਖਾਤੇ ਇੱਕ ਦੂਜੇ ਦਾ ਕਰਾਉਂਦੇ ਨੇ, ਗੱਲ ਕਰਦੇ ਨੇ। ਇਹ ਸਿਰਫ ਉੱਪਰ ਹੋਰ ਹੈ, ਅੰਦਰੋਂ ਕੁਝ ਹੋਰ ਨੇ। ਕਿ ਤੁਹਾਡਾ ਕਹਿਣਾ ਇਹ ਹੈ ਕਿ ਅਕਾਲੀ ਦਲ ਦਾ ਅੰਦਰ ਖਾਤੇ ਹਲੇ ਵੀ ਭਾਜਪਾ ਦੇ ਨਾਲ ਗੱਠਜੋੜ ਹੈ? ਬਿਲਕੁਲ ਹੈਗਾ, ਇਹ ਨਹੀਂ ਟੁੱਟ ਸਕਦਾ ਇਹਨਾਂ ਦਾ। ਨਾਲੋਂ ਨਾਲ ਦਿੱਲੀ ਕਮੇਟੀ ਚੋਣਾਂ ਤੇ ਅਸੀਂ ਫੇਰ ਆਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਤੁਸੀਂ ਵੀ ਪਹੁੰਚ ਕੀਤੀ ਕੁਝ ਮਾਮਲਿਆਂ ਨੂੰ ਲੈ ਕੇ। ਤਾਂ ਹੁਣ ਇਸ ਮਸਲੇ ਨੂੰ ਲੈ ਕੇ ਜਿਹੜਾ ਰੌਨੀ ਵਾਲਾ ਕੇਸ ਹੈ, ਇਹਨੂੰ ਲੈ ਕੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕੀ ਮੰਗ ਕਰਦੇ ਹੋ ਜਾਂ ਕੀ ਅਪੀਲ ਕਰਦੇ ਹੋ ਕਿ ਉਹਨਾਂ ਵੱਲੋਂ ਜਿਹੜਾ ਐਕਸ਼ਨ ਲਿਆ ਜਾਵੇ ਇਸ ਮੁੱਦੇ ਨੂੰ ਲੈ ਕੇ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਨੋਮੀਨੇਟ ਕਰ ਰਿਹਾ ਉਹਨਾਂ ਨੂੰ, ਬੇਸ਼ੱਕ ਇੱਕ ਮੈਂਬਰ ਜਿਹੜਾ ਹੈ ਉਹ ਵਾਪਸ ਗਿਆ ਗਾ, ਉਹਦੀ ਨੋਮੀਨੇਸ਼ਨ ਰੱਦ ਹੋਈ ਹੈ, ਪਰ ਇਸ ਮਾਮਲੇ ਦੇ ਵਿੱਚ ਫਿਲਹਾਲ ਉਹਨਾਂ ਵੱਲੋਂ ਕੋਈ ਨੈਗੇਟਿਵ ਕਮੈਂਟ ਜਾਂ ਉਸ ਤਰ੍ਹਾਂ ਦਾ ਇਸ਼ਾਰਾ ਨਹੀਂ ਕੀਤਾ ਗਿਆ ਕਿ ਇਸ ਨੋਮੀਨੇਸ਼ਨ ਨੂੰ ਜਿਹੜਾ ਰੱਦ ਕੀਤਾ ਜਾਊਗਾ। ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਬੋਡੀ ਮੰਨਿਆ ਜਾਂਦਾ ਹੈ। ਬੇਸ਼ੱਕ ਪਿਛਲੇ ਸਮੇਂ ਦੌਰਾਨ ਜਿਹੜੇ ਫੈਸਲੇ ਆਏ ਉਹਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਵੀ ਪਹੁੰਚੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੇ ਕੁਐਸਚਨ ਵੀ ਲੱਗੇ, ਪਰ ਇਸ ਮਸਲੇ ਨੂੰ ਲੈ ਕੇ ਤੁਸੀਂ ਪਹੁੰਚ ਬਣਾਓਗੇ, ਜ਼ੋਰ ਸ਼ੋਰ ਨਾਲ ਇਹ ਮਸਲਾ ਜਿਹੜਾ ਅੱਗੇ ਚੁੱਕੋਗੇ? ਨਹੀਂ, ਮੈਂ ਬਿਲਕੁਲ ਨਹੀਂ ਬਣਾਉਂਗੀ। ਅਕਾਲ ਤਖਤ ਸਾਹਿਬ ਨੂੰ ਅਸੀਂ ਸਮਰਪਿਤ ਹਾਂ। ਅਕਾਲ ਤਖਤ ਸਾਹਿਬ ਸਾਡੀ ਸੁਪਰੀਮ ਹੈ, ਪਰ ਅਕਾਲ ਤਖਤ ਸਾਹਿਬ 'ਤੇ ਜਿਹੜੇ ਬੈਠੇ ਕਾਰਜਕਾਰੀ ਮੈਂ ਉਹਨਾਂ ਨੂੰ ਨਹੀਂ ਮੰਨਦੀ। ਕਿਉਂ ਨਹੀਂ ਮੰਨਦੀ? ਅਸੀਂ ਕੰਪਲੇਂਟ ਪਾਈ, ਉਹਨਾਂ ਨੇ ਉਹਦਾ ਕੋਈ ਅੱਜ ਤੱਕ ਉਹ ਪੈਂਡਿੰਗ ਪਈ, ਇਹਨਾਂ ਨੇ ਕੋਈ ਉਹਦਾ ਰਿਜ਼ਲਟ ਆਊਟ ਨਹੀਂ ਕੱਢਿਆ। ਜੇ ਉਹ ਪਹਿਲਾਂ ਨਹੀਂ ਕਰ ਸਕੇ, ਫਿਰ ਉਸ ਤੋਂ ਬਾਅਦ ਨਾਨਕ ਮਤੇ ਤੋਂ ਪਹਿਲਾਂ ਜਿਹੜੀ ਕੰਪਲੇਂਟ ਉਹਦੀ ਹੋਈ ਸੀ, ਸਿਰਸੇ ਦੀ ਹੋਈ ਸੀ, ਗਾਣੇ ਵਜਾਉਣ ਦੇ ਉਹਦੇ 'ਚ ਸਿਰਸੇ ਵਾਲੀ ਪੈਂਡਿੰਗ ਰੱਖਤੀ, ਦੂਜੀ ਵਾਲੀ ਚੱਕਤੀ।
ਔਰ ਕੰਪਲੇਂਟ ਕੀਤੀ ਪਰਮਜੀਤ ਸਿੰਘ ਚੰਡੋਕ ਦੀ ਜਿਹੜੀ ਬੀਅਰ ਦੀ ਬੋਟਲ ਫੜੀ ਗਈ। ਉਸ ਤੋਂ ਬਾਅਦ ਫਿਰ ਜਿਹੜੇ ਇਲੈਕਸ਼ਨ ਦੇ ਦੌਰਾਨ ਸ਼ਰਾਬਾਂ ਫੜੀਆਂ ਗਈਆਂ। ਇਹ ਔਰ ਕੀ ਗੱਲ ਗਿਆਨੀ ਹਰਪ੍ਰੀਤ ਸਿੰਘ ਨਹੀਂ ਦੇਖਦੇ, ਸਰਬਜੀਤ ਸਿੰਘ ਵਿਰਕ ਦੇ ਜਦੋਂ ਉਹ ਜਿੱਤ ਦਾ ਜਸ਼ਨ ਮਨਾ ਰਿਹਾ ਉਸੇ ਵੇਲੇ ਜੇ ਢੋਲ ਵੱਜ ਰਿਹਾ ਔਰ ਵਾਹਿਗੁਰੂ ਵਾਹਿਗੁਰੂ ਤੇ ਉਹ ਡਾਂਸ ਕਰ ਰਹੇ ਆ ਔਰ ਨੈਕਸਟ ਡੇ ਉਹ ਇੱਥੇ ਜਾਂਦੇ ਨੇ ਤੇ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆਪ ਉਹਨਾਂ ਨੂੰ ਸਰੋਪਾ ਪਾ ਰਹੇ ਨੇ। ਤੇ ਫਿਰ ਇਹੋ ਜਿਹੇ ਕੋਲ ਜਾ ਕੇ ਕੀ ਕਰਨਾ? ਆਪਾਂ ਮੈਂ ਨਹੀਂ ਇਹੋ ਜਿਹੇ ਬੰਦਿਆਂ ਕੋਲ ਜਾ ਕੇ ਰਾਜੀ। ਨਹੀਂ, ਪਰ ਗਿਆਨੀ ਹਰਪ੍ਰੀਤ ਸਿੰਘ ਇਹ ਵੀ ਕਹਿੰਦੇ ਨੇ ਕਿ ਪ੍ਰਬੰਧ ਵਧੀਆ ਚੱਲ ਰਹੇ ਆ, ਸ਼੍ਰੋਮਣੀ ਕਮੇਟੀ ਦੇ ਵੀ ਦਿੱਲੀ ਕਮੇਟੀ ਦੇ ਪ੍ਰਬੰਧ ਵੀ ਵਧੀਆ ਚੱਲ ਰਹੇ ਆ। ਜੇਕਰ ਅਸੀਂ ਇਸੇ ਤਰ੍ਹਾਂ ਹੀ ਹਰ ਕੰਮ ਦੇ ਵਿੱਚ ਅੜਿੱਕੇ ਜਿਹੜੇ ਡਾਉਂਦੇ ਰਹੇ, ਰੋਕਦੇ ਰਹੇ, ਤਾਂ ਕੇਂਦਰ ਸਰਕਾਰ ਤਾਂ ਬਹਾਨਾ ਭਾਲਦੀ ਹੈ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਭੰਗ ਕਰਕੇ ਨਿਗਮ ਬਣਾ ਕੇ ਆਪਣੇ ਅੰਡਰ ਸਿੱਧੇ ਤੌਰ ਤੇ ਜਿਹੜਾ ਲਿਆ ਜਾਵੇ। ਉਹਦੇ ਲਈ ਉਹ ਹਜ਼ੂਰ ਸਾਹਿਬ ਤਖਤ ਦੀ ਉਦਾਹਰਨ ਵੀ ਦਿੰਦੇ ਨੇ ਕਿ ਉੱਥੇ ਦੇਖੋ ਕੀ ਕੁਝ ਹੋਇਆ। ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਇੱਕ ਸਵਾਲ ਕਰਦੀ ਹਾਂ ਕਿ ਵੀ ਤੁਸੀਂ ਇਹ ਗੱਲ ਕਰੋ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੇ ਜਿਹੜਾ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਤੇ ਤੁਹਾਡੇ ਜਿਨ੍ਹਾਂ ਦੀ ਤੁਸੀਂ ਨੌਕਰੀ ਕਰ ਰਹੇ ਹੋ ਉਹਨਾਂ ਦੇ ਹੱਥ ਜਿਹੜਾ ਉਹ ਦੁਰਵਰਤੋਂ ਕਰ ਰਹੇ ਨੇ, ਉਹ ਸਹੀ ਕਰ ਰਹੇ ਨੇ? ਇਹਦਾ ਮਤਲਬ ਤੁਸੀਂ ਉਹ ਵਧੀਆ ਅਮਿਤਾਭ ਬੱਚਨ ਕੋਲੋਂ ਪੈਸੇ ਲੈ ਕੇ ਵੀ ਉਹ ਜਿਹੜਾ ਕੀਤਾ ਬਹੁਤ ਵਧੀਆ ਕੀਤਾ, ਕਾਤਲਾਂ ਕੋਲ ਲੈ ਲਿਆ। ਕੱਲ੍ਹ ਨੂੰ ਤੁਸੀਂ ਇਹਨਾਂ ਨੂੰ ਫਿਰ ਸਹਿ ਦੇ ਰਹੇ ਹੋ ਕਿ ਕਮਲਨਾਥ ਕੋਲੋਂ ਵੀ ਲੈ ਲਓ, ਜਗਦੀਸ਼ ਟਾਈਟਲਰ ਕੋਲੋਂ ਵੀ ਲੈ ਲਓ, ਸੱਜਣ ਕੁਮਾਰ ਕੋਲ ਵੀ ਲੈ ਲਓ ਪੈਸੇ। 328 ਪਾਵਨ ਸਰੂਪਾਂ ਦਾ ਵੀ ਇੱਕ ਮਸਲਾ ਗਾ, ਬਹੁਤ ਗੰਭੀਰ ਮੁੱਦਾ ਗਾ 328 ਪਾਵਨ ਸਰੂਪਾਂ। ਉਹ 'ਚ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣਾਈ ਗਈ, ਉਹ ਕਮੇਟੀ ਨੇ ਰਿਪੋਰਟ ਦਿੱਤੀ, ਫਿਰ ਪੁਲਿਸ ਕੋਲ ਜਾਣ ਦੀ ਗੱਲਬਾਤ ਵੀ ਹੋਈ। ਫਿਰ ਇਹ ਸਾਹਮਣੇ ਆਇਆ ਕਿ ਜਿਹੜੀ ਪੁਲਿਸ ਨੂੰ ਕਿਉਂ ਇਨਵੋਲਵ ਕਰਨਾ ਗਾ। ਤਾਂ ਉਸ ਮਸਲੇ ਤੇ ਵੀ ਬਾਅਦ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਇਹੀ ਕਿਹਾ ਕਿ ਮੇਰਾ ਕੰਮ ਕਮੇਟੀ ਬਣਾ ਕੇ ਸੱਚ ਸਾਹਮਣੇ ਲਿਆਉਣਾ ਸੀ, ਮੈਂ ਲਿਆਤਾ, ਹੁਣ ਕਾਰਵਾਈ ਜਿਹੜੀ ਉਹ ਸ਼੍ਰੋਮਣੀ ਕਮੇਟੀ ਨੂੰ ਕਰਨੀ ਚਾਹੀਦੀ ਹੈ। ਪਰ ਬੇਸ਼ੱਕ ਲਗਾਤਾਰ ਸੰਗਤਾਂ ਵੱਲੋਂ ਧਰਨਾ ਪ੍ਰਦਰਸ਼ਨ ਇਸ ਮੁੱਦੇ ਨੂੰ ਲੈ ਕੇ ਕੀਤਾ ਗਿਆ, ਟਾਸਕ ਫੋਰਸ ਦੇ ਨਾਲ ਝੜਪ ਵੀ ਹੋਈ, ਤਾਂ ਇਸ ਮਸਲੇ ਦੇ ਵਿੱਚ ਵੀ ਹਾਲੇ ਤੱਕ ਕੋਈ ਕਾਰਵਾਈ ਜਿਹੜੀ ਸਾਹਮਣੇ ਨਹੀਂ ਆ ਰਹੀ। ਇਹ ਕਿਹਾ ਜਾ ਰਿਹਾ ਕਿ ਰਿਕਾਰਡ ਦੇ ਨਾਲ ਛੇੜਛਾੜ ਜਿਹੜੇ ਸੀ ਉਹ ਹੇਠਲੇ ਕਰਮਚਾਰੀਆਂ ਨੇ ਕੀਤੀ ਹੈ ਤੇ ਜਿਹੜੇ ਸਰੂਪ ਨੇ ਉਹ ਤਾਂ ਸੰਗਤਾਂ ਕੋਲ ਹੀ ਗਏ ਨੇ। ਜਿਸ ਦੇ ਵਿੱਚ ਇਹਨਾਂ ਦੀ ਪਾਰਟੀ ਫਸਦੀ ਆ, ਇਹ ਆਪ ਫਸਦੇ ਨੇ, ਉਹਦੇ ਵਿੱਚ ਛੇੜਛਾੜ ਹੋ ਜਾਂਦੀ ਹੈ, ਉਹਦੇ 'ਚ ਇਹਨਾਂ ਦਾ ਹੁੰਦਾ ਕਈਆਂ ਕੰਮ ਪੈਂਡਿੰਗ ਪੈ ਜਾਂਦਾ ਹੈ। ਮੈਂ ਆਪਣਾ ਕੰਮ ਕੀਤਾ, ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਕਰੇਗੀ ਜਾਂ ਦਿੱਲੀ ਗੁਰਦੁਆਰਾ ਕਮੇਟੀ ਕਰੇਗੀ। ਜੇ ਕਰਨਾ ਹੀ ਉਹਨਾਂ ਨੇ ਹੁੰਦਾ ਤਾਂ ਫਿਰ ਜਦੋਂ ਤੁਹਾਡੇ ਕੋਲ ਕੰਪਲੇਂਟ ਆਉਂਦੀ ਹੈ ਤੁਸੀਂ ਨੈਕਸਟ ਡੇ ਹੀ ਉਹਦਾ ਰਿਪਲਾਈ ਭੇਜ ਦਿਆ ਕਰੋ ਕਿ ਇਹ ਮੇਰੇ ਅੰਡਰ ਨਹੀਂ ਆ, ਇਹ ਮੈਂ ਨਹੀਂ ਕਰ ਸਕਦਾ, ਮੈਂ ਇੱਦਾਂ ਕਰਤਾ। ਤੁਸੀਂ ਪੈਂਡਿੰਗ ਰੱਖ ਕਿਉਂ ਬੈਠਦੇ ਹੋ? ਜਦੋਂ 328 ਸਰੂਪਾਂ ਲੈਂਦਾ ਤੁਸੀਂ ਫੈਸਲਾ ਨਹੀਂ ਕਰ ਸਕੇ ਤੇ ਤੁਸੀਂ ਹੋਰ ਕੀ ਕਰ ਸਕੋਗੇ ਜੇ ਤੁਸੀਂ ਗੁਰੂ ਦੇ ਹੀ ਨਹੀਂ ਬਣੇ? ਹੁਣ ਇਹ ਗੱਲ ਕਹਿੰਦੇ ਨੇ, ਇੱਕ ਗੱਲ ਇਸੇ ਗੱਲ ਦਾ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਹੀ ਹਾਂ। ਅਗਰ ਕੰਮ ਬਹੁਤ ਵਧੀਆ, ਸਿਰਸੇ ਵਾਲੇ ਸਾਧ ਕੋਲੋਂ ਵੀ ਪੈਸੇ ਲੈ ਕੇ ਵੀ ਇਹਨਾਂ ਨੇ ਕਹਿਣਾ ਕਿ ਵੀ ਅਸੀਂ ਪੰਥਕ ਪਾਰਟੀਆਂ ਨੇ, ਅਸੀਂ ਪੰਥ ਨੂੰ ਹੀ ਲਾਉਣੇ ਸੀ ਪੈਸੇ, ਪੰਥਕ ਕੌਮ ਨੂੰ ਹੀ ਦੇਣੇ ਸੀ, ਫਿਰ ਉਹ ਵੀ ਕੰਮ ਵਧੀਆ ਸੀ। ਫਿਰ ਕਾਹਦੇ ਲਈ ਨੌਜਵਾਨ ਮੁੰਡੇ ਮਰਵਾਤੇ ਸਿਰਸੇ ਸਾਧ ਦੇ ਚੱਕਰ 'ਚ? ਨਹੀਂ, ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਮਨਜਿੰਦਰ ਸਿੰਘ ਸਿਰਸਾ ਤਾਂ ਇਹ ਦਾਅਵਾ ਕਰਦੇ ਨੇ ਕਿ ਭਾਰਤ ਦੇ ਵਿੱਚ ਕਿਤੇ ਵੀ ਕੋਈ ਸਿੱਖ ਬੈਠਾ ਹੈਗਾ, ਜਦੋਂ ਉੱਤੇ ਭੀੜ ਪੈਂਦੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਦਿੱਲੀ ਕਮੇਟੀ ਵੱਲ ਦੇਖਦਾ ਹੈ ਕਿ ਇਹ ਸਾਡੀ ਜਿਹੜੀ ਧਿਰ ਹੈਗੀ, ਸਾਡੀ ਸਿਆਸੀ ਧਿਰ ਵੀ ਹੈ, ਸਾਡੀ ਧਾਰਮਿਕ ਧਿਰ ਵੀ ਹੈ, ਸਾਡੇ ਨਾਲ ਖੜੂਗੀ, ਆ ਕੇ ਸਾਡੀ ਆਵਾਜ਼ ਜਿਹੜੀ ਉਹ ਬੁਲੰਦ ਕਰੂਗੀ। ਉਹ 'ਚੋਂ ਜੰਮੂ ਕਸ਼ਮੀਰ ਦੇ ਮਸਲੇ ਦੀ ਵੀ ਗੱਲ ਕਰਦੇ ਨੇ, ਜਾਂ ਜਿਹੜੀਆਂ ਨਾਰਥ ਈਸਟ ਦੀਆਂ ਸਟੇਟਾਂ ਉਹਨਾਂ ਦੀ ਗੱਲਬਾਤ ਵੀ ਕਰਦੇ ਨੇ ਕਿ ਅਸੀਂ ਸਿੱਖਾਂ ਦੇ ਲਈ ਖੜੇ ਹਾਂ ਤੇ ਲੜਾਈ ਜਿਹੜੀ ਉਹ ਲੜੀ ਹੈ। ਹੁਣ ਇਹਨਾਂ ਦੀ ਭਾਈਵਾਲ ਪਾਰਟੀ ਸੀ, ਹੁਣ ਡਰਾਮਾ ਕਰਦੇ ਅਸੀਂ ਨਹੀਂ ਹਾਂ। ਇਹ ਜਿਹੜਾ 84 ਦੇ ਜਿਹੜਾ ਗਿਆ ਆਪਣਾ ਗਿਆਨ ਗੋਦੜੀ ਗਿਆ, ਗਿਆਨ ਗੋਦੜੀ ਕਿਉਂ ਨਹੀਂ ਲੈ ਸਕਿਆ? ਗਿਆਨ ਗੋਦੜੀ ਵੀ ਜੇ ਕਰਦੇ ਨੇ, ਇੰਨੀ ਦੁਨੀਆ ਰੋਂਦੀ ਹੈ ਤੇ ਸਿਰਫ ਫੋਟੋਆਂ ਖਿਚਾਉਣ ਤੱਕ ਰਹਿੰਦੇ ਨੇ। ਕੋਈ ਵੀ ਪਾਰਟੀ ਹੋਵੇ, ਕਿਸੇ ਵੀ ਪੀੜਤ ਨੇ ਜੰਮੂ ਕਸ਼ਮੀਰ 'ਚ ਫੋਟੋਆਂ ਖਿਚਾਉਂਦੇ ਰਹੇ, ਇੰਨਾ ਕੁਝ ਕਰਦੇ ਨੇ। ਕੀ ਇਹਨਾਂ ਨੇ ਉੱਥੇ ਕਿਹਾ ਆਪਸ 'ਚ ਕਸ਼ਮੀਰੀ ਮੁਸਲਿਮ ਤੇ ਸਿੱਖ ਮਰਵਾਉਣੇ ਸੀ? ਇਹਨਾਂ ਨੇ ਕਰਨਾ ਸੀ ਕਿ ਬਈ ਜੀ ਉਹਨੂੰ ਚੱਕ ਲਿਆ, ਉਹਨੇ ਕੋਰਟ ਮੈਰਿਜ ਕੀਤੀ, ਵੀ ਇਸ ਤਰ੍ਹਾਂ ਕਿੰਨਾ ਕੁਛ ਬੋਲੇ, ਜ਼ਬਰਦਸਤੀ ਕਿਡਨੈਪ ਕੀਤਾ, ਜਦ ਕਿ ਉਹ ਲੜਕੀ ਨੇ ਆਪ ਕਿਹਾ ਕਿ ਵੀ ਮੈਂ ਆਪਣੀ ਮਰਜ਼ੀ ਨਾਲ ਗਈ ਹਾਂ। ਹੁਣ ਜਿਹੜਾ ਇਹ ਨੋਮੀਨੇਸ਼ਨ ਦਾ ਮਸਲਾ ਗਾ, ਇਹਦੇ 'ਚ ਕਾਨੂੰਨੀ ਚਾਰਾਜੋਈ ਤੁਸੀਂ ਕੋਈ ਕਰੋਗੇ ਕਿ ਜਿਨ੍ਹਾਂ ਨੂੰ ਗੁਰਮੁਖੀ ਨਹੀਂ ਆਉਂਦੀ, ਪੰਜਾਬੀ ਮਾਂ ਬੋਲੀ ਨਹੀਂ ਆਉਂਦੀ, ਉਹਨਾਂ ਦੇ ਵਿਰੁੱਧ ਜਿਹੜੇ ਉਹ 2 ਮੈਂਬਰ ਨੇ ਇਲੈਕਟਡ ਨੇ ਜਾਂ ਨੋਮੀਨੇਟ ਜਿਹੜੇ ਕੀਤੇ ਜਾ ਰਹੇ ਨੇ, ਇਹਦੇ ਲਈ ਅੱਗੇ ਕੋਸ਼ਿਸ਼ਾਂ ਤੁਹਾਡੀਆਂ ਜਿਹੜੀਆਂ ਉਹ ਕੀ ਰਹਿਣਗੀਆਂ? ਨਹੀਂ, ਅਸੀਂ ਕੋਰਟ 'ਚ ਜਾਵਾਂਗੇ, ਉਹਦੇ ਅਗੇਂਸਟ ਕੋਰਟ 'ਚ ਜਾਊਂਗੀ ਮੈਂ, ਉਹਨਾਂ ਦੋਨਾਂ ਵਾਸਤੇ ਮੈਂ ਜਾਵਾਂਗੀ। ਤੀਸਰਾ ਜਿਹੜਾ ਵਿਕਰਮ ਸਿੰਘ ਰੋਨੀ ਦਾ, ਤੇ ਉਹ ਆਲਰੇਡੀ ਕੰਪਲੇਂਟ ਪਾਇਆ ਹੋਇਆ ਪਰਮਿੰਦਰ ਸਿੰਘ ਨੇ, ਉਹ ਕੰਪਲੇਂਟ ਕਰੂਗਾ, ਅਗਰ ਉਹ ਨਹੀਂ ਕਰੇਗਾ ਤਾਂ ਫਿਰ ਮੈਂ ਕਰਾਂਗੀ। ਪਰ ਜੇ
ਸਭ ਤੋਂ ਪਹਿਲਾਂ ਅਪੀਲ ਕਰਕੇ ਜਾਂ ਦਿੱਲੀ ਕਮੇਟੀ ਅੱਗੇ ਆਵਾਜ਼ ਚੁੱਕ ਕੇ ਇਹ ਮਸਲਾ ਹੱਲ ਨਹੀਂ ਹੋਇਆ ਤਾਂ ਫੇਰ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਊਗਾ, ਜਾਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਦੇ ਧੜੇ ਤੱਕ ਵੀ ਪਹੁੰਚ ਜਿਹੜੀ ਉਹ ਕੀਤੀ ਜਾਊਗੀ? ਦੇਖੋ ਅਸੀਂ ਤੜੇ ਪਹਿਲਾਂ ਹੀ ਮੈਂ ਮੈਸੇਜ ਤੇ ਪਹਿਲਾਂ ਹੀ ਪਹੁੰਚਾਤੇ ਸੀ, ਜਦੋਂ ਉਧਰ ਕੋਈ ਰਿਪਲਾਈ ਨਹੀਂ ਆਇਆ ਫਿਰ ਮੈਂ ਪੀਸੀ ਕੀਤੀ ਹੈ। ਪੀਸੀ ਦੇ ਕਰਨ ਦਾ ਮਤਲਬ ਇਹੀ ਹੈ, ਕभी ਉਹਨੇ ਕਹਤਾ ਵੀ ਅਕਾਲੀ ਦਲ ਨੂੰ ਮੈਂ ਕਿਉਂ ਵੱਡੇ ਬਾਦਲ ਸਰ ਛੋਟੇ ਬਾਦਲ ਨੂੰ ਕਿਉਂ ਮੈਂ ਕਰ ਰਹੀ ਹਾਂ, ਇਹ ਸਵਾਲ ਕਿਉਂ ਕਰ ਰਹੀ ਹਾਂ, ਕभी ਕਿ ਤੁਹਾਡਾ ਮਿਆਰ ਇੰਨਾ ਡਿੱਗ ਚੁੱਕਾ, ਤੁਹਾਨੂੰ ਹੋਰ ਕੋਈ ਨਹੀਂ ਮਿਲ ਰਿਹਾ। ਜੇ ਉਹ ਚਾਹੁੰਦੇ ਹੋਣਗੇ ਕभी ਤੇ ਠੀਕ ਹੈ, ਜੇ ਉਹ ਚਾਹੁੰਦੇ ਨੇ ਕੋਰਟਾਂ ਕਚਹਿਰੀਆਂ 'ਚ ਜਾਣਾ ਤੇ ਕੋਰਟਾਂ ਕਚਹਿਰੀਆਂ 'ਚ ਜਾਵਾਂਗੇ। ਸੋ ਇਹ ਸਨ ਬੀਬੀ ਨਿਰਪ੍ਰੀਤ ਕੌਰ, ਜਿਨ੍ਹਾਂ ਨੇ ਕਿ 1984 ਸਿੱਖ ਕਤਲੇਆਮ ਦੀ ਲੜਾਈ ਵੀ ਲੰਮਾ ਸਮਾਂ ਲੜੀ ਹੈ, ਖੁਦ ਪੀੜਤ ਵੀ ਨੇ, ਤੇ ਇਹਨਾਂ ਦੀਆਂ ਗਵਾਹੀਆਂ ਦੀ ਬਦੌਲਤ ਹੀ ਸੱਜਣ ਕੁਮਾਰ ਜੋ ਹੈ ਅੱਜ ਜੇਲ੍ਹ ਦੇ ਵਿੱਚ ਹੈ, ਤੇ ਇਹਨਾਂ ਨੇ ਅੱਗੇ ਵੀ ਲੜਾਈ ਆਪਣੀ ਜਾਰੀ ਰੱਖੀ ਹੋਈ ਹੈ। ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ ਜਾਂ ਇਲੈਕਟਰ ਨੇ, ਜਿਨ੍ਹਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ, ਜਾਂ ਜੋ ਗੰਭੀਰ ਦੋਸ਼ ਸੁੱਚਾ ਸਿੰਘ ਲੰਗਾਹ ਤੇ ਲੱਗੇ, ਉਹ ਦੋਸ਼ ਇੱਕ ਮੈਂਬਰ ਤੇ ਲੱਗਣ ਤੇ FIR ਦਰਜ ਹੋਣ ਦੀ ਗੱਲਬਾਤ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਤਾਂ ਹੁਣ ਇਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜਾਂ ਇਸ ਅਪੀਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸਿੱਟ ਬੈਕ ਕਰਦਾ ਜਾਂ ਨਹੀਂ, ਇਹ ਦੇਖਣਾ ਹੋਊਗਾ। ਪਰ ਇਹਨਾਂ ਨੇ ਸਾਫ਼ ਤੇ ਸਪਸ਼ਟ ਕੀਤਾ ਹੈ ਕਿ ਜੇਕਰ ਅਕਾਲੀ ਦਲ ਆਪਣਾ ਫੈਸਲਾ ਵਾਪਸ ਨਹੀਂ ਲੈਂਦਾ ਤਾਂ ਇਹਨਾਂ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਏਗਾ। ਕੈਮਰਾਮੈਨ ਜੋਬਨਦੀਪ ਦੇ ਨਾਲ ਅਰਸ਼ਦੀਪ ਸਿੰਘ, ਮੋਹਾਲੀ।